ओके जिद्दां ਅਸੀਂ ਆਪਣਾ ਟੌਪਿਕ ਕਰ ਰਹੇ ਹਾਂ ਕਿ ਵਰਧਨ ਟਾਈਮ ਪੀਰੀਅਡ ਦਾ ਇਹ ਟੌਪਿਕ ਹੈਗਾ। ਵਰਧਨ ਟਾਈਮ ਪੀਰੀਅਡ ਦੇ ਵਿੱਚ ਕਿਹੜੇ ਜਿਹੜੇ ਹੈਗੇ ਰੂਲਰ ਆਏ ਜਿਨ੍ਹਾਂ ਨੇ ਆਪਣਾ ਜਿਹੜਾ ਹੈਗਾ ਵਾ ਐਸਟੈਬਲਿਸ਼ ਕੀਤਾ ਆਪਣੀ ਕਿੰਗਡਮ ਨੂੰ। ਦ ਫਰਸਟ ਰੂਲਰ ਇਜ਼ ਨਰਵਰਧਨ। ਨਰਵਰਧਨ ਨੇ 505 ਦੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਕਿ ਹੈਗਾ ਆਪਣੇ ਜਿਹੜਾ ਕਿੰਗਡਮ ਹੈਗਾ ਉਸਨੂੰ ਐਸਟੈਬਲਿਸ਼ ਕੀਤਾ। ਕਹਿੰਦੇ ਨਰਵਰਧਨ ਦੈਟ ਮੀਨਸ ਨਰਵਰਧਨ ਦੀ ਐਸਟੈਬਲਿਸ਼ਮੈਂਟ ਤੋਂ ਬਾਅਦ ਆਦਿਤਿਆ ਵਰਧਨ। ਰਾਈਟ ਡਾਊਨ ਨਾਲ ਜਿਹੜਾ ਹੈਗਾ ਟਾਈਮ ਪੀਰੀਅਡ ਕਰਦੇ ਜਾਣਾ। ਆਦਿਤਿਆ ਵਰਧਨ ਦਾ ਨੈਕਸਟ ਰੂਲਰ of the Vardhan time period 580 AD। ਕਹਿੰਦੇ 580 ਦੇ ਵਿੱਚ ਆਦਿਤਿਆ ਵਰਧਨ ਦੇ ਦੁਆਰਾ ਐਸਟੈਬਲਿਸ਼ ਕੀਤਾ ਗਿਆ ਨੈਕਸਟ ਵਰਧਨ ਟਾਈਮ ਪੀਰੀਅਡ ਨੂੰ, ਵਰਧਨ ਰੂਲਰ ਨੂੰ, ਵਰਧਨ ਸ਼ਾਸਕ ਨੂੰ। ਫਰਸਟ ਹੈਗਾ ਨਰਵਰਧਨ, ਸੈਕੰਡ ਲਿਖ ਲਓ ਕਿ ਆਦਿਤਿਆ ਵਰਧਨ, ਠੀਕ ਹੈ। ਕਹਿੰਦੇ ਬਟ ਇਹਨਾਂ ਦੇ ਵਿੱਚੋਂ ਕੋਈ ਵੀ ਪਰਸਨ ਇਸ ਤਰ੍ਹਾਂ ਦਾ ਨਹੀਂ ਸੀ ਜਿਨ੍ਹਾਂ ਨੇ ਫ੍ਰੀडम ਦੇ ਤੌਰ ਤੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੋਵੇ। ਫ੍ਰੀडम ਦੇ ਤੌਰ ਤੇ ਫ੍ਰੀਲੀ ਐਸਟੈਬਲਿਸ਼ ਕਰਨ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਪਰਸਨ ਏਦਾਂ ਦਾ ਨਹੀਂ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਕਿੰਗਡਮ ਦੇ ਵਿੱਚ ਇੱਕ ਕਿਸਮ ਦਾ ਰਾਜਾ ਹੈ, ਦੈਟ ਮੀਨਸ ਕਿ ਕਿੰਗ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਹੋਵੇ, ਠੀਕ ਹੈ। ਇਹ ਰੂਲਰ ਹੀ ਹੁੰਦੇ ਨੇ। ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕੁਝ ਪਰਸਨ ਬਹੁਤ ਜ਼ਿਆਦਾ ਇੰਟਰਸਟਡ ਹੁੰਦੇ ਸੀ ਆਪਣੇ ਆਪ ਨੂੰ ਰਾਜਾ ਮਹਾਰਾਜਾ ਕਹਾਣ ਦੇ ਵਿੱਚ, ਠੀਕ ਹੈ। ਤਾਂ ਕੋਈ ਪਰਸਨ ਬਿਲਕੁਲ ਵੀ ਇੰਟਰਸਟਡ ਨਹੀਂ ਸੀ ਹੁੰਦੇ। ਜਿਹੜੇ ਮੈਂ ਨਾਮ ਬੋਲੇ ਹੈਗੇ ਆ, ਦੋ ਨਾਮ ਬੋਲੇ ਹੈਗੇ ਆ, ਨਰਵਰਧਨ ਤੇ ਆਦਿਤਿਆ ਵਰਧਨ, ਇਹ ਦੋਵੇਂ ਪਰਸਨ ਏਦਾਂ ਦੇ ਸੀਗੇ ਜਿਨ੍ਹਾਂ ਨੂੰ ਮਤਲਬ ਕੋਈ ਇੰਟਰਸਟਡ ਨਹੀਂ ਸੀ ਉਹ ਆਪਣੇ ਆਪ ਨੂੰ ਕਿਸੇ ਤਰ੍ਹਾਂ ਦਾ ਕੋਈ ਰਾਜਾ ਕਹਾਣ ਦੇ ਲਈ, ਠੀਕ ਹੈ। ਸੋ ਅਸੀਂ ਕਹਾਂਗੇ ਕਿ ਇਹ ਦੋਵੇਂ ਜਿਹੜੇ ਪਰਸਨ ਸੀਗੇ ਫ੍ਰੀਲੀ ਤੌਰ ਤੇ ਇਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਨਹੀਂ ਸੀ ਕੀਤਾ ਐਜ਼ ਅ ਕਿੰਗ ਦੇ ਤੌਰ ਤੇ। ਕਹਿੰਦੇ ਉਸ ਤੋਂ ਬਾਅਦ ਦਾ ਜਿਹੜਾ ਟਾਈਮ ਪੀਰੀਅਡ ਹੈਗਾ, ਕਹਿੰਦੇ ਅਸੀਂ ਦੇਖਦੇ ਹੈਗੇ ਆ ਉਸ ਤੋਂ ਬਾਅਦਲੇ ਟਾਈਮ ਪੀਰੀਅਡ ਦੇ ਵਿੱਚ ਪ੍ਰਭਾਕਰ ਵਰਧਨ ਆਇਆ ਸੀਗਾ। ਪ੍ਰਭਾਕਰ ਵਰਧਨ ਦਾ ਜਿਹੜਾ ਕਨਸੈਪਟ ਹੈਗਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਪ੍ਰਭਾਕਰ ਵਰਧਨ ਹੀ ਇਸ ਤਰ੍ਹਾਂ ਦਾ ਪਰਸਨ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਐਜ਼ ਅ ਕਿੰਗ ਦੇ ਤੌਰ ਤੇ ਐਸਟੈਬਲਿਸ਼ ਕੀਤਾ ਸੀ ਪਬਲਿਕ ਦੇ ਸਾਹਮਣੇ, ਦੈਟ ਮੀਨਸ ਸਬਜੈਕਟ ਦੇ ਸਾਹਮਣੇ। ਸਬਜੈਕਟ ਮਤਲਬ ਪ੍ਰਜਾ ਦੇ ਸਾਹਮਣੇ, ਠੀਕ ਹੈ। तो ਪ੍ਰਭਾਕਰ ਪਰਸਨ ਇਸ ਤਰ੍ਹਾਂ ਦਾ ਸੀਗਾ ਜਿਸਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਸੀ ਐਜ਼ ਅ ਕਿੰਗ ਦੇ ਤੌਰ ਤੇ। ਸੋ ਅਸੀਂ ਕਹਿਣਾ ਕਿ ਪਹਿਲੇ ਦੋ ਪਰਸਨ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਨਹੀਂ ਸੀ ਕੀਤਾ ਐਜ਼ ਅ ਕਿੰਗ ਦੇ ਤੌਰ ਤੇ। ਪ੍ਰਭਾਕਰ ਵਰਧਨ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਸੀ ਐਜ਼ ਅ ਕਿੰਗ ਦੇ ਤੌਰ ਤੇ, ਠੀਕ ਹੈ। ਸੋ ਕਹਿੰਦੇ ਸੀ ਦੇਖਦੇ ਹਾਂ ਕਿ ਉਸਨੇ ਡਿਫਰੈਂਟ ਪਲੇਸਿਸ ਜਿਹੜੇ ਸੀ ਉੱਤੇ ਆਪਣਾ ਕੰਟਰੋਲ ਕੀਤਾ, ਮਤਲਬ ਕਿ ਵੱਖਰੀਆਂ ਥਾਵਾਂ ਸੀ ਜਿਨ੍ਹਾਂ ਤੇ ਉੱਤੇ ਉਹਨਾਂ ਨੇ ਆਪਣਾ ਕੰਟਰੋਲ ਕੀਤਾ ਸੀ, ਠੀਕ ਹੈ। ਸੋ ਜਿਨ੍ਹਾਂ ਤੇ ਉੱਤੇ ਆਪਣਾ ਕੰਟਰੋਲ ਕੀਤਾ ਸੀ। ਇਸ ਤੋਂ ਇਲਾਵਾ ਕਹਿੰਦੇ ਕਿ ਉਹਨਾਂ ਨੇ ਆਪਣੀ ਡਾਟਰ, ਉਹਨਾਂ ਦੀ ਡਾਟਰ ਦਾ ਨਾਮ ਸੀ ਰਾਜਸ਼੍ਰੀ। ਰਾਜਸ਼੍ਰੀ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਆਪਣੇ ਇਹਦੇ ਵਿੱਚ, ਸੋ ਇਸ ਨੂੰ ਯਾਦ ਰੱਖਣਾ। ਜਦੋਂ ਮੈਂ ਪੁੱਛੂੰਗੀ ਪ੍ਰਭਾਕਰ ਵਰਧਨ ਦੀ ਡਾਟਰ ਦਾ ਨਾਮ ਕੀ ਸੀ, ਤੁਸੀਂ ਬੋਲਣਾ ਹੈ ਰਾਜਸ਼੍ਰੀ, ਠੀਕ ਹੈ। ਸੋ ਰਾਜਸ਼੍ਰੀ ਜਿਹੜੀ ਸੀਗੀ ਉਹਨਾਂ ਦਾ ਮਤਲਬ ਉਹਨਾਂ ਦੀ ਡਾਟਰ ਸੀ। ਕਹਿੰਦੇ ਕਿ ਇਸ ਤੋਂ ਇਲਾਵਾ ਕਹਿੰਦੇ ਜਿਹੜਾ ਪ੍ਰਭਾਕਰ ਵਰਧਨ ਸੀ, ਪ੍ਰਭਾਕਰ ਵਰਧਨ ਦੀ ਜਦੋਂ ਡੈਥ ਹੋ ਗਈ ਸੀ, the death time period is 605, ਠੀਕ ਹੈ। 605 ਦਾ ਡੈਥ ਟਾਈਮ ਪੀਰੀਅਡ ਸੀ ਪ੍ਰਭਾਕਰ ਦਾ। ਪ੍ਰਭਾਕਰ ਤੋਂ ਬਾਅਦ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਯਾਦ ਰੱਖਣਾ ਥਾਨੇਸਰ ਇੱਕ ਪਲੇਸ ਹੈ, ਠੀਕ ਹੈ। ਥਾਨੇਸਰ ਕਿਆ ਵਾ, ਇੱਕ ਪਲੇਸ ਹੈਗਾ ਵਾ। तो ਥਾਨੇਸਰ ਦੇ ਵਿੱਚ ਜਿਹੜਾ ਨੈਕਸਟ ਪਰਸਨ ਸੀ ਉਹ ਹਰਸ਼ ਹੋਏਗਾ, ਹਰਸ਼ ਵਰਧਨ, ਠੀਕ ਹੈ। ਸੋ ਇਸ ਨਾਮ ਨੂੰ ਅੱਛੇ ਤਰੀਕੇ ਦੇ ਨਾਲ ਯਾਦ ਰੱਖਣਾ ਕਿ ਪ੍ਰਭਾਕਰ ਦੀ ਜਿਹੜੀ ਡਾਟਰ ਸੀ ਉਹਨਾਂ ਦਾ ਨਾਮ ਸੀ ਰਾਜਸ਼੍ਰੀ। ਜਦੋਂ ਪ੍ਰਭਾਕਰ ਦੀ ਡੈਥ ਹੋ ਗਈ ਸੀ ਨੈਕਸਟ ਉਹਨਾਂ ਦੀ ਪੋਜੀਸ਼ਨ ਦੇ ਉੱਤੇ ਬੈਠੇ ਸੀ ਹਰਸ਼, ਠੀਕ ਹੈ। ਸੋ ਹਰਸ਼ ਜਿਹੜਾ ਪਰਸਨ ਸੀਗਾ ਉਹ ਆਪਣੇ ਜਦੋਂ ਪੋਜੀਸ਼ਨ ਦੇ ਉੱਤੇ ਬੈਠਾ ਤੇ ਉਹਨਾਂ ਨੇ ਦੇਖਿਆ ਕਿ ਰਾਜਸ਼੍ਰੀ ਦੇ ਜਿਹੜੇ ਹਸਬੈਂਡ ਹੈਗੇ ਨੇ, ਰਾਜਸ਼੍ਰੀ ਦੇ ਹਸਬੈਂਡ ਨੂੰ ਕਿਡਨੈਪ ਕਰ ਲਿਆ ਗਿਆ ਸੀਗਾ, ਉਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ ਸੀਗਾ ਤੇ ਰਾਜਸ਼੍ਰੀ ਨੂੰ ਫੋਰੈਸਟ ਦੇ ਵਿੱਚ ਛੋੜ ਦਿੱਤਾ ਗਿਆ ਸੀ, ਜਿਹਦੇ ਕਾਰਨ ਹਰਸ਼ ਜਿਹੜਾ ਸੀਗਾ ਕੰਟੀਨਿਊਸਲੀ ਸਟਰਗਲ ਕਰ ਰਿਹਾ ਸੀਗਾ ਕਿ ਕਿਸੇ ਤਰ੍ਹਾਂ ਰਾਜਸ਼੍ਰੀ ਨੂੰ ਉਹਨਾਂ ਨੇ ਜਿਹੜੇ ਫੋਰੈਸਟ ਹੈਗੇ, ਜਿਹੜੇ ਜੰਗਲ ਹੈਗੇ ਉਹਨਾਂ ਦੇ ਵਿੱਚੋਂ ਬਾਹਰ ਨਿਕਾਲਣਾ ਹੈਗਾ ਵਾ ਤੇ ਜਿਹੜਾ ਉਹਨਾਂ ਦੇ ਹਸਬੈਂਡ ਦੀ ਡੈਥ ਜਿਨ੍ਹਾਂ ਨੇ ਕੀਤੀ ਹੈ, ਠੀਕ ਹੈ, ਉਹਨਾਂ ਦਾ ਰਿਵੈਂਜ ਲੈਣਾ ਵਾ, ਬਦਲਾ ਲੈਣਾ ਵਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਹਰਸ਼ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਕੰਟੀਨਿਊ ਕਰਨੀਆਂ ਸੀ, ਠੀਕ ਹੈ। ਸੋ ਕਹਿੰਦੇ ਅਸੀਂ ਦੇਖ ਰਹੇ ਹੈਗੇ ਆ ਕਿ ਇਸ ਦਾ ਬਦਲਾ ਲੈਣ ਦੇ ਲਈ ਉਹਨਾਂ ਨੇ ਕੰਟੀਨਿਊ ਜਿਹੜਾ ਹੈਗਾ ਸਟਰਗਲ ਕੀਤਾ। ਨੈਕਸਟ ਹੈ ਰਾਈਜ਼ ਆਫ ਦਾ ਹਰਸ਼। ਕਹਿੰਦੇ ਹਰਸ਼ ਦਾ ਉਠਾਨ ਕਿੱਦਾਂ ਹੋਇਆ। ਜਿੱਦਾਂ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਕਿ ਹਰਸ਼ ਦੇ ਟਾਈਮ ਪੀਰੀਅਡ ਦੇ ਵਿੱਚ ਹਰਸ਼ ਨੇ ਜਦੋਂ ਫਰਸਟ ਟਾਈਮ ਜਿਹੜਾ ਹੈਗਾ ਵਾ ਰੂਲ ਕੀਤਾ ਸੀ ਆਪਣੇ ਸ਼ਾਸਕਾਂ, ਰੂਲ ਕੀਤਾ ਸੀ ਆਪਣੀ ਕਿੰਗਡਮ ਦੇ ਉੱਤੇ, ਦੈਨ ਉਹਨਾਂ ਦੀ ਏਜ ਕੁਝ ਜ਼ਿਆਦਾ ਨਹੀਂ ਸੀ, ਜਸਟ 16 ਈਅਰ ਏਜ ਜਿਹੜੀ ਸੀਗੀ ਹਰਸ਼ ਦੀ ਸੀ। ਦੈਨ ਉਸਨੇ ਰਾਜਸ਼੍ਰੀ ਨੂੰ ਫੋਰੈਸਟ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਤੇ ਆਪਣਾ ਜਿਹੜਾ ਹੈਗਾ ਵਾ ਰਾਜਸ਼੍ਰੀ ਦੇ ਹਸਬੈਂਡ
ਹਸਬੈਂਡ ਦੀ ਜਿਨ੍ਹਾਂ ਨੇ ਡੈਥ ਕੀਤੀ, ਜਿਨ੍ਹਾਂ ਨੇ ਮਰਡਰ ਕੀਤਾ, ਉਹਨਾਂ ਤੋਂ ਰਿਵੈਂਜ ਲੈਣ ਦੇ ਲਈ ਉਹਨਾਂ ਨੇ ਕੰਟੀਨਿਊਸਲੀ ਸਟਰਗਲ ਜਿਹੜਾ ਹੈਗਾ ਵਾ ਕੀਤਾ। ਕਹਿੰਦੇ ਜਿੱਦਾਂ ਹੀ ਹੁਣ ਇਹ ਯਾਦ ਰੱਖਣਾ ਹੈਗਾ, ਮੈਂ ਤੁਹਾਨੂੰ ਇਸ ਟਾਈਮ ਇਹ ਚੀਜ਼ ਨੂੰ ਦੱਸਿਆ ਨਹੀਂ ਹੈਗਾ ਕਿ ਜਿਹੜਾ ਰਾਸ਼ਟਰੀ ਆ ਉਹਦੇ ਹਸਬੈਂਡ ਦੀ ਡੈਥ ਕਿੰਨੇ ਕੀਤੀ ਸੀ। ਡੈਟ ਮੀਨਸ ਕਿ ਉਹਨਾਂ ਨੂੰ ਮਾਰਿਆ ਕਿੰਨੇ ਸੀ, ਠੀਕ ਹੈ, ਮਰਡਰ ਕਿੰਨੇ ਕੀਤਾ ਸੀ। ਦਾ ਨੇਮ ਇਜ਼ ਦੇਵਗੁਪਤ, ਠੀਕ ਹੈ। तो नाम ਨੂੰ ਅੱਛੇ ਤਰੀਕੇ ਦੇ ਨਾਲ ਯਾਦ ਰੱਖਣਾ, ਪੁੱਛਿਆ ਜਾਏਗਾ ਕਿ ਰਾਸ਼ੀ ਦਾ ਜੋ ਹਸਬੈਂਡ ਸੀ ਉਹਨਾਂ ਦਾ ਮਰਡਰ ਕਿੰਨੇ ਕੀਤਾ ਸੀ। ਦ ਨੇਮ ਇਜ਼ ਦੇਵਗੁਪਤ। ਜਦੋਂ ਹਰਸ਼ ਨੇ ਦੇਵਗੁਪਤ ਦੇ ਉੱਤੇ ਕੰਟਰੋਲ ਕਰਨਾ ਚਾਹਿਆ, ਦੇਵਗੁਪਤ ਦੀ ਕਿੰਗਡਮ ਦੇ ਉੱਤੇ ਕੰਟਰੋਲ ਕਰਨਾ ਚਾਹਿਆ, ਦੈਨ ਜਿਹੜਾ ਦੇਵਗੁਪਤ ਸੀਗਾ ਆਪਣੇ ਆਪ ਨੂੰ ਜਿਹੜਾ ਹੈਗਾ ਬਚਾ ਨਹੀਂ ਸੀ ਪਾਇਆ, ਜਿਹਦੇ ਕਾਰਨ ਦੇਵਗੁਪਤ ਤੇ ਉਹਦੇ ਨਾਲ ਦੇ ਜਿਹੜੇ ਪਾਰਟਨਰ ਸੀਗੇ ਯੁੱਧ ਦੇ ਮੈਦਾਨ, ਡੈਟ ਮੀਨਸ ਵਾਰ ਦਾ ਜਿੱਥੇ ਪਲੇਸ ਸੀਗਾ ਉਹਦੇ ਉੱਤੋਂ ਉਹ ਦੌੜ ਗਏ ਸੀ, ਯਾਨੀ ਕਿ ਭੱਜ ਗਏ ਸੀ, ਠੀਕ ਹੈ ਨਾ। ਸੋ ਇਸ ਚੀਜ਼ ਨੂੰ ਯਾਦ ਰੱਖਣਾ ਕਿ ਜਿਹੜਾ ਦੇਵਗੁਪਤ ਪਰਸਨ ਹੈਗਾ ਵਾ ਦੈਨ ਉਹ ਫਾਈਟ ਦੇ ਵਿੱਚ ਪੂਰੀ ਤਰ੍ਹਾਂ ਕਹਿ ਲੋ ਕਿ ਹਰਸ਼ ਦਾ ਜਿਹੜਾ ਮੁਕਾਬਲਾ ਹੈਗਾ ਵਾ ਕੰਪੀਟੀਟ ਜਿਹੜਾ ਹੈਗਾ ਵਾ ਉਹ ਨਹੀਂ ਸੀ ਕਰ ਪਾਇਆ, ਠੀਕ ਹੈ। ਦੈਟ ਮੀਨਸ ਕਿ ਉੱਥੋਂ ਚਲੇ ਗਏ ਸੀਗੇ। ਨੈਕਸਟ ਤੁਸੀਂ ਯਾਦ ਰੱਖਣਾ ਹੈਗਾ ਕਿ ਰਾਸ਼ੀ ਜਿਹੜੀ ਲੇਡੀ ਸੀ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਮ ਦੱਸਿਆ ਹੀ ਹੈਗਾ ਵਾ ਕਿ ਪ੍ਰਭਾਕਰ ਦੀ ਉਹ ਡਾਟਰ ਸੀ। ਰਾਸ਼ਰੀ ਦਾ ਕੋਈ ਨੈਕਸਟ ਕੋਈ ਪੁੱਤਰ ਜਿਹੜਾ ਸੀਗਾ ਉਹ ਨਹੀਂ ਸੀ, ਜਿਹਦੇ ਕਾਰਨ ਉਸਨੇ ਸਤੀ ਹੋਣ ਦੇ ਬਾਰੇ ਵਿੱਚ ਸੋਚਿਆ ਸੀਗਾ। ਅੱਛਾ, ਪਤਾ ਹੈਗਾ ਸਤੀ ਕਿਸ ਨੂੰ ਕਹਿੰਦੇ ਨੇ? ਐਨੀਵਨ? ਓਕੇ, ਲੀਵ ਇਟ। ਤੋ ਸਤੀ ਕਿਸ ਨੂੰ ਬੋਲਦੇ ਨੇ? ਜਿੱਦਾਂ ਤੁਹਾਨੂੰ ਪਤਾ ਹੀ ਹੈਗਾ ਵਾ ਕਿ ਹਾਂਜੀ ਬੇਟਾ, ਦ ਵਰਧਨ ਐਂਡ देयर टाइम्स 6th ਚੈਪਟਰ ਹੈ ਬੇਟਾ, द वर्धन एंड देयर टाइम्स, ठीक है। सो ਉਹਦੇ ਵਿੱਚ ਹਰਸ਼ਵਰਧਨ ਜੋ ਹੈ ਉਸਦਾ ਜੋ ਚੈਪਟਰ ਹੈ ਉਸਨੂੰ ਉਸਦਾ ਜੋ ਕਨਸੈਪਟ ਹੈ ਉਸਨੂੰ ਨਿਕਾਲ ਲੈਣਾ, ਵਰਧਨ ਰੂਲਰ, ਠੀਕ ਹੈ। ਸੋ ਕਹਿੰਦੇ ਕਿ ਉਸਨੂੰ ਜਿਹੜੀ ਸਾਡੀ ਰਾਸ਼ਰੀ ਹੈਗੀ ਹੈ, ਰਾਸ਼ਰੀ ਨੇ ਆਪਣੇ ਆਪ ਨੂੰ ਸਤੀ ਕਰਨ ਦੇ ਬਾਰੇ ਵੀ ਸੋਚ ਲਿਆ ਸੀ, ਬਿਕੋਜ਼ ਉਸਨੂੰ ਪਤਾ ਸੀਗਾ ਕਿ ਨੈਕਸਟ ਉਹਦਾ ਕੋਈ ਵੀ ਸਨ ਵਗੈਰਾ ਹੈ ਨਹੀਂ, ਜੋ ਕਿ ਰਾਸ਼ਰੀ ਜਿਹੜੀ ਸੀ ਕਨੌਜ ਦੀ ਜਿਹੜੀ ਸੀ ਪ੍ਰਿੰਸੈਸ ਸੀ, ਮਤਲਬ ਕਨੌਜ ਦੀ ਰਾਜਕੁਮਾਰੀ ਸੀ। ਕਨੌਜ ਜਿਹੜਾ ਹੈਗਾ ਵਾ ਇੱਕ ਪਲੇਸ ਦਾ ਨਾਮ ਹੈਗਾ ਵਾ, ਠੀਕ ਹੈ। ਸੋ ਇਸ ਨੂੰ ਯਾਦ ਰੱਖਣਾ। ਉਸਨੇ ਸੋਚਿਆ ਕਿ ਅਗਰ ਉਹ ਦੁਬਾਰਾ ਆਪਣੇ ਕਿੰਗਡਮ ਦੇ ਵਿੱਚ ਜਾਏਗੀ ਤੇ ਨੈਕਸਟ ਉਹਦਾ ਕੋਈ ਪੁੱਤਰ ਹੈ ਨਹੀਂ, ਜਿਹਦੇ ਕਾਰਨ ਉਹਨੇ ਆਪਣੇ ਆਪ ਨੂੰ ਸਤੀ ਕਰ ਲੈਣਾ ਸੀਗਾ। ਬਟ ਹਰਸ਼ ਨੇ ਕੀ ਕੀਤਾ, ਹਰਸ਼ ਨੇ ਕਨੌਜ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ। ਡੈਟ ਮੀਨਸ ਕਿ ਜਿਹੜੀ ਰਾਸ਼ਰੀ ਹੈਗੀ ਆ ਉਸਨੂੰ ਫਿਰ ਸਤੀ ਹੋਣ ਦੀ ਕੋਈ ਜ਼ਰੂਰਤ ਨਹੀਂ ਸੀ ਪਈ, ਠੀਕ ਹੈ। ਤੇ ਕਨੌਜ ਨੂੰ ਉਸਨੇ ਆਪਣੀ ਇੱਕ ਕੈਪੀਟਲ ਬਣਾ ਲਿਆ ਸੀ। ਕਿਸਨੇ? ਹਰਸ਼ ਨੇ ਕਨੌਜ ਨੂੰ ਆਪਣੀ ਇੱਕ ਕੈਪੀਟਲ ਬਣਾ ਲਿਆ ਸੀ। ਨੈਕਸਟ ਹੈ ਕਨਕੁਇਸਟ ਆਫ ਦਾ ਹਰਸ਼ਵਰਧਨ। ਕਨਕੁਇਸਟ ਦਾ ਮਤਲਬ ਹੁੰਦਾ ਹੈ ਜਿੱਤਾਂ, ਮਤਲਬ ਹਰਸ਼ ਨੇ ਆਪਣੇ ਟਾਈਮ ਪੀਰੀਅਡ ਦੇ ਵਿੱਚ ਕਿਹੜੀਆਂ ਜਿੱਤਾਂ ਜਿਹੜੀਆਂ ਹੈਗੀਆਂ ਨੇ, ਕਨਕੁਇਸਟ ਜਿਹੜੀਆਂ ਹੈਗੀਆਂ ਨੇ ਅਚੀਵ ਕੀਤੀਆਂ, ਮਤਲਬ ਕਿ ਪ੍ਰਾਪਤ ਕੀਤੀਆਂ, ਠੀਕ ਹੈ। ਸੋ 1 ਬਾय 1 ਅਸੀਂ ਉਹਨਾਂ ਦੀਆਂ ਜਿਹੜੇ ਕਨਕੁਇਸਟ ਹੈਗੀਆਂ ਨੇ, ਉਹਨਾਂ ਦੀਆਂ ਜਿੱਤਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਲਰਨ ਕਰਾਂਗੇ। ਦਾ ਫਰਸਟ ਕਨਕੁਇਸਟ ਇਜ਼ ਚਲੋ ਪਹਿਲਾਂ ਤੁਹਾਨੂੰ ਮੈਂ ਹਰਸ਼ਵਰਧਨ ਦੇ ਬਾਰੇ ਵਿੱਚ ਥੋੜਾ ਜਿਹਾ ਕਲੀਅਰ ਕਰ ਦਿੰਨੀ ਆ। ਹਰਸ਼ਵਰਧਨ ਇੱਕ ਕਹਿ ਲੋ ਕਿ ਬਹੁਤ ਜ਼ਿਆਦਾ ਕਾਈਂਡਨੈਸ ਪਰਸਨ ਸੀ ਆਪਣੇ ਟਾਈਮ ਪੀਰੀਅਡ ਦੇ ਵਿੱਚ। ਇਵਨ ਕਿ ਉਹ ਇੰਨਾ ਜ਼ਿਆਦਾ ਕਾਈਂਡਨੈਸ ਪਰਸਨ ਸੀ ਕਿ ਆਪਣੇ ਸਬਜੈਕਟ ਯਾਨੀ ਕਿ ਆਪਣੀ ਪ੍ਰਜਾ ਨੂੰ ਫੈਸਿਲਿਟੀ ਦੇਣ ਦੇ ਲਈ ਉਸਨੇ ਹਰ ਇੱਕ ਕੋਸ਼ਿਸ਼ ਕੀਤੀ ਸੀ। ਇਵਨ ਕਿ ਜਦੋਂ ਉਹ ਆਪਣੀ ਪ੍ਰਜਾ ਯਾਨੀ ਕਿ ਆਪਣੇ ਸਬਜੈਕਟ ਨੂੰ ਕੋਈ ਵੀ ਫੈਸਿਲਿਟੀ ਨਾ ਸੀ ਦੇ ਪਾਉਂਦਾ, ਦੈਨ ਡੇ ਔਰ ਨਾਈਟ ਦੇ ਵਿੱਚ ਉਸਨੂੰ ਕਦੇ ਵੀ ਟਿਕਾ ਨਹੀਂ ਸੀ ਆਂਦਾ, ਠੀਕ ਹੈ। ਮਤਲਬ ਕਿ ਉਸਨੂੰ ਹਮੇਸ਼ਾ ਹੀ ਇਸ ਚੀਜ਼ ਦੀ ਕਹਿ ਲੋ ਕਿ ਇਸ ਚੀਜ਼ ਦੀ ਕੋਸ਼ਿਸ਼ ਦੇ ਵਿੱਚ ਲੱਗਾ ਰਹਿੰਦਾ ਸੀ ਕਿ ਉਹ ਆਪਣੀ ਪ੍ਰਜਾ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰੇ, ਠੀਕ ਹੈ। ਚਲੋ ਚਲਦੇ ਹਾਂ ਨੈਕਸਟ ਉਹਨਾਂ ਦੀਆਂ ਜਿੱਤਾਂ ਦੇ ਵਿੱਚ। ਕਨਕੁਇਸਟ ਆਫ ਦਾ ਬੰਗਾਲ, ਠੀਕ ਹੈ। ਬੰਗਾਲ ਯਾਦ ਰੱਖਣਾ ਹੈ। ਬੰਗਾਲ ਜਿਹੜਾ ਹੈਗਾ ਵਾ, ਵੈਸੇ ਤਾਂ ਤੁਹਾਡੇ ਬੁੱਕ ਦੇ ਵਿੱਚ ਨਾ ਕੁਝ ਇਸ ਤਰ੍ਹਾਂ ਦੇ ਇਲਾਕੇ ਲਿਖੇ ਹੋਣਗੇ, ਜਿੱਦਾਂ ਲਿਖਿਆ ਹੋਏਗਾ ਗੋੜ ਦਾ ਇਲਾਕਾ, ਭਾਸਕਰ ਦਾ ਇਲਾਕਾ, ਠੀਕ ਹੈ। ਸੋ ਇਸ ਤਰ੍ਹਾਂ ਦੇ ਕੁਝ ਇਲਾਕੇ ਲਿਖੇ ਹੋਣਗੇ, ਲੇਕਿਨ ਮੈਂ ਤੁਹਾਨੂੰ ਮੇਨ ਜਿਹੜਾ ਕਨਸੈਪਟ ਆ ਉਹ ਕਰਵਾਨੀ ਆ। ਕਹਿੰਦੇ ਸਭ ਤੋਂ ਪਹਿਲਾਂ ਹਰਸ਼ ਜਿਹੜਾ ਸੀ ਉਸਨੇ ਬੰਗਾਲ ਦੇ ਉੱਤੇ ਆਪਣਾ ਕੰਟਰੋਲ ਕਰਨਾ ਚਾਹਿਆ ਸੀ। ਯਾਦ ਰੱਖਣਾ ਕਿਉਂਕਿ ਬੰਗਾਲ ਦੇ ਵਿੱਚ ਦੇਵਗੁਪਤ ਰਹਿੰਦਾ ਸੀ। ਦੇਵਗੁਪਤ ਇਦਾਂ ਦਾ ਪਰਸਨ ਸੀ ਜਿਸਨੇ ਰਾਸ਼ਰੀ ਦੇ ਹਸਬੈਂਡ ਜਿਹੜੇ ਸੀਗੇ ਉਹਨਾਂ ਦਾ ਮਰਡਰ ਕੀਤਾ ਸੀਗਾ। ਸੋ ਉਸ ਤੋਂ ਬਦਲਾ ਲੈਣ ਦੇ ਲਈ ਉਸਨੇ ਬੰਗਾਲ ਦੇ ਉੱਤੇ ਜਿਹੜਾ ਸੀਗਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਬੰਗਾਲ ਦੇ ਉੱਤੇ ਜਦੋਂ ਅਟੈਕ ਕੀਤਾ, ਦੈਨ ਦੇਵਗੁਪਤ ਜਿਹੜਾ ਸੀ ਆਪਣੇ ਹੋਰ ਬਹੁਤ ਸਾਰੇ ਲੀਡਰਸ ਦੇ ਨਾਲ ਉੱਥੋਂ ਚਲਾ ਗਿਆ ਸੀ, ਬਿਕੋਜ਼ ਉਹ ਜਿਹੜਾ ਸੀਗਾ ਹਰਸ਼ਵਰਧਨ ਦਾ ਮੁਕਾਬਲਾ ਨਹੀਂ ਸੀ ਕਰ ਸਕਦਾ। ਦੈਨ ਇਸ ਦੇ ਨਾਲ ਹੀ ਬੰਗਾਲ ਦੇ ਵਿੱਚ ਉਹਨੇ ਜਿਹੜਾ ਸੀਗਾ ਉਹ ਵਿਨਰ ਰਿਹਾ ਸੀ ਪਰਸਨ, ਕਿਉਂਕਿ ਦੇਵਗੁਪਤ ਉਸਦਾ ਮੁਕਾਬਲਾ ਨਹੀਂ ਸੀ ਕਰ ਸਕਦਾ, ਠੀਕ ਹੈ। ਸੋ ਹਰਸ਼ਵਰਧਨ ਜਿਹੜਾ ਸੀਗਾ ਉਸਨੇ ਜਲਦੀ ਦੇ ਨਾਲ ਮਤਲਬ ਜਿਹੜਾ ਸੀਗਾ ਉੱਥੇ ਅਟੈਕ ਕਰਵਾ ਕੇ ਦੈਨ ਆਪਣਾ ਜਿਹੜਾ ਰਿਵੈਂਜ ਸੀਗਾ ਲੈ ਲਿਆ ਸੀਗਾ। ਕਹਿੰਦੇ ਜਿਹੜੇ ਉੱਥੋਂ ਦੇ ਰੂਲਰ ਸੀ ਪਰਸਨ, ਕਹਿੰਦੇ ਉਹ ਕਾਫੀ ਜ਼ਿਆਦਾ ਕਰੂਲ ਪਰਸਨ ਸੀ। ਕਰੂਲ ਦਾ ਮਤਲਬ ਸਮਝਦੇ ਹੋ ਨਾ, ਕਰੂਲ ਜਾਂ ਫਿਰ ਕਹਿ ਲੋ ਕਿ ਮੀਨ,
ਠੀਕ ਹੈ, ਮੀਨ ਇੱਕ ਗਾਲ ਪੈ ਜਾਂਦੀ ਹੈਗੀ ਆ, ਮਤਲਬ ਅਬਿਊਜ਼ ਵਰਡ ਹੈ ਜਿਸ ਨੂੰ ਆਪਾਂ ਯੂਜ਼ ਨਹੀਂ ਕਰਾਂਗੇ, ਦੈਨ ਆਪਾਂ ਉਸ ਨੂੰ ਲਿਖ ਸਕਦੇ ਹਾਂ। ਮੀਨ ਦਾ ਮਤਲਬ ਸ਼ਾਇਦ ਤੁਹਾਨੂੰ ਪਤਾ ਹੀ ਹੋਏਗਾ, ਮੈਂ ਬੋਲਣਾ ਨਹੀਂ ਚਾਹੁੰਦੀ ਉਸ ਨੂੰ। ਤੋ ਕਹਿੰਦੇ ਕਿ ਅਸੀਂ ਦੇਖਦੇ ਹੈਗੇ ਆ ਕਿ ਜਿਹੜੇ ਉੱਥੋਂ ਦੇ ਰੂਲਰ ਸੀਗੇ, ਕਹਿੰਦੇ ਉਹਨਾਂ ਨੇ ਬਹੁਤ ਸਾਰੇ ਭਿਕਸ਼ੂ, ਪੰਜਾਬੀ ਹੋਵੇ ਇੰਗਲਿਸ਼ ਹੋਵੇ, ਭਿਕਸ਼ੂ ਮਤਲਬ ਹੀ ਹੁੰਦਾ ਵਾ, ਠੀਕ ਹੈ। ਸੋ ਬਹੁਤ ਸਾਰੇ ਭਿਕਸ਼ੂ ਸੀ ਜਿਨ੍ਹਾਂ ਦਾ ਮਰਡਰ ਕਰ ਦਿੱਤਾ ਸੀ। ਕਿੰਨੇ ਮਰਡਰ ਕੀਤਾ ਸੀ? ਦੇਵਗੁਪਤ ਨੇ। ਦੇਵਗੁਪਤ ਕੌਣ ਸੀ? ਜਿਨੇ ਰਾਜਸ਼੍ਰੀ ਦੇ ਹਸਬੰਡ ਨੂੰ ਮਾਰਿਆ ਸੀ, ਠੀਕ ਹੈ, ਉਸਦਾ ਮਰਡਰ ਕੀਤਾ ਸੀਗਾ। ਕਹਿੰਦੇ ਇਸ ਤਰ੍ਹਾਂ ਅਸੀਂ ਦੇਖਦੇ ਆ ਉਸਨੇ ਬਹੁਤ ਸਾਰੇ ਜਿਹੜੇ ਹੈਗੇ ਆ ਬੋਧੀ ਜਿਹੜੇ ਹੁੰਦੇ ਉਹ ਭਿਕਸ਼ੂ ਹੁੰਦੇ ਆ। ਬੋਧੀ ਤੇ ਭਿਕਸ਼ੂ ਇੱਕ ਕਿਸਮ ਦੇ ਜਿਹੜੇ ਹੈਗੇ ਡਿਫਰੈਂਟ ਪਲੇਸਿਸ ਦੇ ਉੱਤੇ ਜਾ ਕੇ ਬੁੱਧਿਜ਼ਮ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦੇ ਆ। ਡੈਟ ਮੀਨਸ ਬੁੱਧਿਜ਼ਮ ਦਾ ਜਿਹੜਾ ਹੈਗਾ ਵਾ ਪ੍ਰੋਪਾਗੈਂਡਾ ਕਰਨ ਦੀ ਕੋਸ਼ਿਸ਼ ਕਰਦੇ ਆ, ਉਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਉਹਨੇ ਕੀ ਕੀਤਾ ਸੀ? ਬੁੱਧਿਜ਼ਮ ਨੂੰ ਖਤਮ ਕਰਨ ਦਾ ਕੰਮ ਸਟਾਰਟ ਕਰ ਦਿੱਤਾ ਸੀ। ਬੋਧੀ ਜਿਹੜੇ ਸੀਗੇ ਡਿਫਰੈਂਟ ਪਲੇਸਿਸ ਦੇ ਉੱਤੇ ਅਗਰ ਉਹ ਜਾਂਦੇ ਸੀਗੇ ਤੇ ਆਪਣਾ ਜਿਹੜਾ ਹੈਗਾ ਵਾ ਕਹਿ ਲੋ ਕਿ ਇੱਕ ਪਲੇਸ ਜਿਹੜਾ ਹੈਗਾ ਵਾ ਉੱਥੇ ਐਸਟੈਬਲਿਸ਼ ਕਰ ਦਿੰਦੇ ਸੀ। ਦੈਨ ਜਿਹੜਾ ਦੇਵਗੁਪਤ ਸੀ ਉਸਨੇ ਉਸਨੂੰ ਹੀ ਡਿਸਟਰੋਏ ਕਰਨ ਦਾ ਕੰਮ ਕਰ ਦਿੱਤਾ ਸੀ। ਡਿਸਟਰੋਏ ਮਤਲਬ ਹੁੰਦਾ ਖਤਮ ਕਰਨ ਦਾ ਕੰਮ ਕਰ ਦੇਣਾ, ਠੀਕ ਹੈ। ਸੋ ਇਸ ਤਰ੍ਹਾਂ ਕਹਿੰਦੇ ਅਸੀਂ ਦੇਖਦੇ ਹੈਗੇ ਆ ਕਿ ਹਰਸ਼ਵਰਧਨ ਜਿਹੜਾ ਹੈਗਾ ਉਸਨੇ ਨਾਲ ਦੇ ਨਾਲ ਜਿਹੜਾ ਹੈਗਾ ਅਸਮ ਕਹਿੰਦੇ ਉੱਤੇ ਵੀ ਅਧਿਕਾਰ ਜਿਹੜਾ ਹੈਗਾ ਕੰਟਰੋਲ ਜਿਹੜਾ ਹੈਗਾ ਵਾ ਉਹ ਕਰ ਲਿਆ ਸੀਗਾ। ਇੱਕ ਗੱਲ ਯਾਦ ਰੱਖਣਾ, ਮੈਂ ਇੱਥੇ ਬੋਲਦੀ ਆ ਅਸਮ, ਤੁਹਾਡੀ ਪੰਜਾਬੀ ਦੀ ਬੁੱਕ 'ਚ ਲਿਖਿਆ ਹੁੰਦਾ ਅਸਾਮ, ਠੀਕ ਹੈ। ਦ ਵਰਡ ਇਜ਼ ਅਸਮ, ਠੀਕ ਹੈ। तो उसने भी ਜਿਹੜਾ ਹੈਗਾ ਉੱਤੇ ਕੰਟਰੋਲ ਕਰ ਦਿੱਤਾ ਸੀ। ਅਸਮ ਦਾ ਜਿਹੜਾ ਪਰਸਨ ਸੀਗਾ, ਅਸਮ ਦਾ ਜਿਹੜਾ ਪਰਸਨ ਸੀ ਉਹ ਵੀ ਮਤਲਬ ਜਿਹੜਾ ਸੀਗਾ ਹਰਸ਼ ਦਾ ਮੁਕਾਬਲਾ ਨਹੀਂ ਸੀ ਕਰ ਸਕਿਆ, ਜਿਹਦੇ ਕਾਰਨ ਉਸਨੇ ਵੀ ਜਲਦੀ ਤੋਂ ਜਲਦੀ ਆਪਣੀ ਪੋਸਟ ਨੂੰ ਛੋੜਿਆ। ਦੈਨ ਉਹ ਉੱਥੋਂ ਚਲਾ ਗਿਆ। ਬਟ ਇੱਕ ਗੱਲ ਯਾਦ ਰੱਖਣਾ ਹੈਗਾ, ਅਸਮ ਦਾ ਜਿਹੜਾ ਪਰਸਨ ਸੀਗਾ ਕਹਿੰਦੇ ਚਾਹੇ ਉਹ ਯੁੱਧ ਦੇ ਵਿੱਚ ਹਾਰ ਗਿਆ ਸੀ, ਠੀਕ ਹੈ, ਚਾਹੇ ਮਤਲਬ ਕਹਿੰਦੇ ਕਿ ਉਹ ਵਿਨਰ ਨਹੀਂ ਰਹਿ ਪਾਇਆ ਸੀ, ਲੇਕਿਨ ਜਿਹੜਾ ਅਸਮ ਦਾ ਪਰਸਨ ਸੀ ਉਹ ਬੰਗਾਲ ਦੇ ਵਿੱਚ ਚਲਿਆ ਗਿਆ ਸੀ। ਜਦੋਂ ਉਹ ਪਰਸਨ ਬੰਗਾਲ ਦੇ ਵਿੱਚ ਗਿਆ ਦੈਨ ਬਹੁਤ ਵਾਰ ਹਰਸ਼ ਨੇ ਕੋਸ਼ਿਸ਼ ਕੀਤੀ ਕਿ ਬੰਗਾਲ ਜਿਹੜਾ ਸੀਗਾ ਉਸਦੇ ਕੰਟਰੋਲ ਦੇ ਵਿੱਚ ਆ ਜਾਏ, ਲੇਕਿਨ ਜਿਹੜੇ ਉੱਥੋਂ ਦੇ ਪਰਸਨ ਸੀਗੇ ਉਹਨਾਂ ਨੇ ਉਹਨੂੰ ਕੰਟਰੋਲ ਦੇ ਵਿੱਚ ਆਣ ਨਹੀਂ ਸੀ ਦਿੱਤਾ। ਐਂਡ ਦਾ ਪਰਸਨ ਨੇਮ ਇਜ਼ ਭਾਸਕਰ, ठीक है, क्योंकि मैं बोलिया कि उसने असम पे कंट्रोल करना चाहा। हुन असम का भी तो कोई रूलर होएगा ना, तो उसके रूलर का क्या नाम हैगा? उसके रूलर का नाम हैगा भास्कर, ठीक है। तो भास्कर जेड़ा सी चाहे हर्ष का मुकाबला नहीं सी कर पाया, लेकिन असम दे विचों मुकाबला नहीं कर पाया। देन वो बाद विच किथे चला गया? बंगाल दे विच। जदों बंगाल दे विच गया, हर्ष ने बहुत बार उत्थे कंट्रोल करन दी कोशिश कीती, बट जेड़ा हर्ष सी वो विनर नहीं रह पाया, ठीक है बेटा। नेक्स्ट है कॉन्क्विस्ट ऑफ द 5 इंडियंस, ठीक है। ਕਹਿੰਦੇ 5 ਪ੍ਰਦੇਸ਼ਾਂ ਦੀ ਜਿੱਤ। ਹੁਣ ਕਿਹੜੇ 5 ਪਲੇਸਿਸ ਹੈਗੇ ਨੇ ਕਿਹੜੇ 5 ਪਲੇਸਿਸ ਹੈਗੇ ਨੇ ਜਿੱਥੇ ਜਿਹੜਾ ਸੀ ਹਰਸ਼ ਵਿਨਰ ਰਿਹਾ ਸੀ? ਦ ਪਲੇਸ ਨੇਮ ਇਜ਼, ਰਾਈਟ ਡਾਊਨ ਕਰ ਲਓ ਬੱਚੇ, ਪੰਜਾਬ, ਇੰਡੀਜ਼ ਬੋਲਦੇ ਆ। ਇੰਡੀਜ਼ ਦਾ ਮਤਲਬ ਹੈਗਾ 5 ਪ੍ਰਦੇਸ਼, ਠੀਕ ਹੈ ਨਾ। ਸੋ 5 ਇੰਡੀਜ਼ ਜਿਹੜੇ ਹੈਗੇ ਨੇ, ਰਾਈਟ ਡਾਊਨ ਕਰ ਲਓ। ਪੰਜਾਬ, ਦ ਸੈਕੰਡ ਇਜ਼ ਕਨੌਜ, ਦ ਫਰਸਟ ਇਜ਼ ਪੰਜਾਬ, the second is Kanauj, the third is Bengal, the fourth is Odisha, and the fifth is Bihar, ठीक है। ਜਦੋਂ ਜਿਹੜਾ ਸੀਗਾ ਸਾਡਾ ਹਰਸ਼ ਉਹਨੇ ਡਿਫਰੈਂਟ ਪਲੇਸਿਸ ਦੇ ਉੱਤੇ ਜਿਹੜਾ ਸੀਗਾ ਵਿਨਰ ਰਹਿ ਚੁੱਕਾ ਸੀ, ਡਿਫਰੈਂਟ ਪਲੇਸਿਸ ਦੇ ਉੱਤੇ ਆਪਣਾ ਕੰਟਰੋਲ ਕਰ ਲਿਆ ਸੀ, ਦੈਨ ਉਸਦਾ ਜਿਹੜਾ ਕਿੰਗਡਮ ਸੀ ਉਹ ਕਾਫੀ ਜ਼ਿਆਦਾ ਸਟਰੋਂਗ ਹੋ ਗਿਆ ਸੀ, ਠੀਕ ਹੈ। ਐਂਡ ਦ ਨੈਕਸਟ ਇਜ਼ ਕਹਿੰਦੇ ਕਨਕੁਇਸਟ ਆਫ ਦਾ ਵਲਭੀ, ठीक है। ਇਹ ਚੀਜ਼ ਯਾਦ ਰੱਖਣਾ ਕਿ ਵਲਭੀ ਜਿਹੜਾ ਸੀਗਾ ਉਹ ਗੁਜਰਾਤ ਦੇ ਵਿੱਚ ਪੈਂਦਾ ਹੈ, ਠੀਕ ਹੈ। ਵਲਭੀ ਪਲੇਸ ਕਿੱਥੇ ਪੈਂਦਾ ਹੈ? ਗੁਜਰਾਤ ਦੇ ਵਿੱਚ ਪੈਂਦਾ ਹੈ। ਤੋਂ ਕਹਿੰਦੇ ਕਿ ਉੱਥੇ ਧਰੁਵਸੈਨ ਪਰਸਨ ਦਾ ਨਾਮ ਹੈ। ਹੁਣ ਨਾਲੋਂ ਨਾਲ ਯਾਦ ਰੱਖਣਾ, ਪਹਿਲਾਂ ਲਿਖ ਲਓ ਵਲਭੀ, ਬ੍ਰੈਕਟ ਚ ਪਾ ਕੇ ਲਿਖ ਲਓ ਗੁਜਰਾਤ, ਉਸ ਤੋਂ ਬਾਅਦ ਉੱਥੇ ਕਿਹਦਾ ਕੰਟਰੋਲ ਸੀ? ਦ ਨੇਮ ਇਜ਼ ਧਰੁਵਸੈਨ। ਕਹਿੰਦੇ ਧਰੁਵਸੈਨ ਜਿਹੜਾ ਪਰਸਨ ਹੈਗਾ ਵਾ, ਜਦੋਂ ਹਰਸ਼ ਨੇ ਉੱਥੇ ਹਮਲਾ ਕੀਤਾ ਸੀ, ਕਿੱਥੇ? ਗੁਜਰਾਤ ਦੇ ਉੱਤੇ ਜਦੋਂ ਉਸਨੇ ਅਟੈਕ ਕੀਤਾ ਸੀ, ਦੈਨ ਜਿਹੜਾ ਪਰਸਨ ਧਰੁਵਸੈਨ ਹੈਗਾ ਵਾ ਉਸਨੇ ਉੱਥੋਂ ਆਪਣੇ ਆਪ ਨੂੰ ਬਚਾਇਆ। ਦੈਨ ਉਹ ਕਿਸੇ ਹੋਰ ਪਰਸਨ ਦੇ ਕੋਲ ਚਲਾ ਗਿਆ। ਉਹ ਜਦੋਂ ਪਰਸਨ ਕਿਸੇ ਦੂਸਰੇ ਦੇ ਕੋਲ ਚਲਾ ਗਿਆ ਸੀ, ਮਤਲਬ ਉਸਨੂੰ ਲੱਗਾ ਕਿ ਉਹ ਵਿਨਰ ਨਹੀਂ ਰਹਿ ਪਾਏਗਾ, ਦੈਨ ਉਸਨੇ ਆਪਣੀ ਪਲੇਸ ਨੂੰ ਛੋੜ ਦਿੱਤਾ ਐਂਡ ਕਿਸੇ ਹੋਰ ਦੀ ਪਲੇਸ ਦੇ ਉੱਤੇ ਚਲੇ ਗਿਆ, ਜਿਸਦੇ ਅੰਡਰ ਹੋ ਗਿਆ ਸੀ। ਦ ਨੇਮ ਇਜ਼ ਦੱਦਾ, ਠੀਕ ਹੈ। ਉਹਦਾ ਨਾਮ ਹੀ ਪਰਸਨ ਦਾ ਦੱਦਾ ਹੈ, ਠੀਕ ਹੈ। ਦ ਨੇਮ ਇਜ਼ ਦੱਦਾ, ਡੀ ਤੋਂ ਵਰਡ ਸਟਾਰਟ ਹੁੰਦਾ ਹੈ, ਦੱਦਾ।
ਤੋ ਉਸਦੇ ਕੋਲ ਚਲਾ ਗਿਆ ਸੀ। ਤੋ ਇਸ ਦੇ ਲਈ ਦੱਦਾ ਨੇ ਰਿਕੁਐਸਟ ਕੀਤੀ ਸੀ ਹਰਸ਼ਵਰਧਨ ਨੂੰ ਕਿ ਉਹ ਜਿਹੜਾ ਹੈਗਾ ਧਰੁਵ ਸੈਨ ਦੇ ਉੱਤੇ ਕੰਟਰੋਲ ਨਾ ਕਰੇ, ਧਰੁਵ ਸੈਨ ਦੀ ਕਿੰਗਡਮ ਦੇ ਉੱਤੇ ਕੰਟਰੋਲ ਨਾ ਕਰੇ। ਦੈਨ ਦੱਦਾ ਦੇ ਕਹਿਣ ਦੇ ਉੱਤੇ ਧਰੁਵ ਸੈਨ ਨੂੰ ਉਸਦੀ ਜਿਹੜੀ ਪੋਜੀਸ਼ਨ ਹੈਗੀ ਆ ਵਾਪਸ ਕਰ ਦਿੱਤੀ ਗਈ ਸੀ। ਬਟ ਨਾਲ ਦੇ ਨਾਲ ਇਹ ਚੀਜ਼ ਯਾਦ ਰੱਖਣੀ ਹੈ ਕਿ ਕੋਈ ਪਰਸਨ ਜਦੋਂ ਕਿਸੇ ਦੇ ਉੱਤੇ ਵਿਨਰ ਰਹਿ ਜਾਂਦਾ ਹੈਗਾ ਵਾ ਤੇ ਉਹ ਫੁੱਲ ਦੀ ਫੁੱਲ ਕਿੰਗਡਮ ਉਸਦੇ ਕੰਟਰੋਲ ਦੇ ਵਿੱਚ ਨਹੀਂ ਰਹਿਣ ਦਿੰਦਾ। ਇਸ ਤਰ੍ਹਾਂ ਹੀ ਹਰਸ਼ ਨੇ ਕੀਤਾ ਸੀ। ਹਰਸ਼ ਨੇ ਚਾਹੇ ਸਾਰਾ ਦਾ ਸਾਰਾ ਸਿਸਟਮ, ਸਾਰਾ ਦਾ ਸਾਰਾ ਕੰਟਰੋਲ ਜਿਹੜਾ ਹੈਗਾ ਦੇ ਦਿੱਤਾ ਸੀਗਾ। ਕਿਸ ਨੂੰ ਦਿੱਤਾ ਸੀ? ਧਰੁਵ ਸੈਨ ਨੂੰ ਦੇ ਦਿੱਤਾ ਸੀ। ਬਟ ਨਾਲ ਦੇ ਨਾਲ ਇਹ ਚੀਜ਼ ਯਾਦ ਰੱਖਣੀ ਹੈ ਕਿ ਉਸਨੇ ਆਪਣਾ ਕੰਟਰੋਲ ਵੀ ਉੱਥੇ ਰੱਖਿਆ ਸੀ। ਐਂਡ ਦ ਨੈਕਸਟ ਇਜ਼ ਵਾਰ ਵਿਦ ਦ ਪੁਲਕੇਸ਼ਨ, ਵਾਰ ਵਿਦ ਪੁਲਕੇਸ਼ਨ ਸੈਕਿੰਡ। इसमें इस तरह याद रखना है, सेकंड याद रखना है, वार विद पुलकेशन सेकंड। कहते बहुत सारे साउथ दे जेड़े बहुत सारे नॉर्थ दे जेड़े प्लेसेस जितन तो बाद नेक्स्ट वो की पर्सन साउथ दे विच अटैक करन दे लई चले गया। बिकॉज हुण मैं तुहानू जिन्ने भी प्लेसेस करवाया दैन सारे प्लेसेस जेड़े हैगे ने नॉर्थ दे प्लेसेस ने। दैन हुण वो साउथ दे प्लेसेस दे उत्ते अटैक करन दे लई जांदा हैगा। साउथ दे प्लेसेस दे उत्ते जदों वो अटैक करन दे लई जांदा हैगा ते सब तो पहला कहंदे कि जेड़ा पुलकेश्वर सी, याद रखना हर्ष दी फर्स्ट ते लास्ट वार ਜਿਹੜੀ ਰਹੀ ਹੈਗੀ ਆ ਜਿਹਦੇ ਵਿੱਚ ਉਹ ਪਰਸਨ ਜਿਹੜਾ ਸੀਗਾ ਹਾਰ ਚੁੱਕਾ ਸੀਗਾ, ਉਹ ਪੁਲਕੇਸ਼ਨ ਹੀ ਹੈ। ਠੀਕ ਹੈ, ਪੁਲਕੇਸ਼ਨ ਦਾ ਇਲਾਕਾ, ਪੁਲਕੇਸ਼ਨ ਨੂੰ ਜਿੱਤਣ ਦੇ ਲਈ ਉਸਨੇ ਅਟੈਕ ਕੀਤਾ ਸੀ। ਦੈਨ ਪੁਲਕੇਸ਼ਨ ਦੇ ਇਲਾਕੇ ਦੇ ਵਿੱਚੋਂ ਹੀ ਉਹ ਪਰਸਨ ਜਿਹੜਾ ਸੀਗਾ ਹਾਰ ਗਿਆ ਸੀਗਾ। ਕਿਉਂਕਿ ਜਦੋਂ ਪੁਲਕੇਸ਼ਨ ਨੂੰ ਪਤਾ ਚੱਲਿਆ, ਜਦੋਂ ਪੁਲਕੇਸ਼ਨ ਦੇ ਵਿੱਚ ਉਸ ਪਰਸਨ ਨੇ ਆਣਾ ਸੀਗਾ, ਦੈਨ ਉਸਨੂੰ ਪਤਾ ਚੱਲਿਆ ਸੀਗਾ ਕਿ ਮਤਲਬ ਹੋਰ ਜਿਹੜਾ ਹਰਸ਼ ਹੈਗਾ ਉਸਦੇ ਉੱਤੇ ਅਟੈਕ ਕਰਨ ਦੇ ਲਈ ਆ ਰਿਹਾ, ਤੇ ਉਸਨੇ 5 ਹੋਰ ਕਿੰਗਡਮ ਦੇ ਜਿਹੜੇ ਰਾਜੇ ਸੀਗੇ ਉਸਨੂੰ ਬੋਲਿਆ ਕਿ ਉਸਦੀ ਹੈਲਪ ਕਰ ਦੇਣ। ਤੇ ਉਹ 5 ਦੇ 5 ਰਾਜਿਆਂ ਨੇ ਪੁਲਕੇਸ਼ਨ ਦੇ ਜਿਹੜਾ ਕਿੰਗ ਸੀਗਾ ਉਸਦੀ ਹੈਲਪ ਕਰਨ ਦੇ ਬਾਰੇ ਵਿੱਚ ਸੋਚਿਆ ਸੀ। ਪੁਲਕੇਸ਼ਨ ਜਗ੍ਹਾ ਦਾ ਵੀ ਨਾਮ ਹੈ, ਪੁਲਕੇਸ਼ਨ ਦੂਜਾ ਕਿੰਗ ਦਾ ਨਾਮ ਹੈ। यानी कि पुलकेशन ਨੂੰ ਜਿੱਤਣ ਦੇ ਲਈ ਪੁਲਕੇਸ਼ਨ ਦੂਜੇ ਨੇ ਡਿਫਰੈਂਟ ਕਿੰਗਡਮ ਦੇ ਰਾਜਿਆਂ ਨੂੰ ਬੁਲਾਇਆ। ਦੈਨ ਜਦੋਂ ਉਹਨਾਂ ਨੇ ਡਿਫਰੈਂਟ ਰਾਜਿਆਂ ਨੂੰ ਬੁਲਾਇਆ, ਦੈਨ ਉਹ ਸਾਰਿਆਂ ਨੇ ਹੈਲਪ ਕੀਤੀ। ਦੈਟ ਮੀਨਸ ਪੁਲਕੇਸ਼ਨ ਦੀ ਜਿਹੜੀ ਫੌਜ ਸੀ, ਪੁਲਕੇਸ਼ਨ ਦੀ ਜਿਹੜੀ ਆਰਮੀ ਸੀ, ਉਹ ਕਾਫੀ ਜ਼ਿਆਦਾ ਸੀ। ਠੀਕ ਹੈ, ਜਦੋਂ ਉਸਨੂੰ ਪਤਾ ਲੱਗਿਆ ਉਸਦੀ ਆਰਮੀ ਕਾਫੀ ਜ਼ਿਆਦਾ ਹੈਗਾ ਤੇ ਹਰਸ਼ ਨੂੰ ਉਸਨੇ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਸੀਗਾ ਹਰਾਇਆ ਸੀ। ਯਾਦ ਰੱਖਣਾ ਇਹ ਹਾਰ ਜਿਹੜੀ ਉਹਦੀ ਸੀਗੀ ਇੱਕ ਕਿਸਮ ਦੀ ਏਦਾਂ ਦੀ ਹਾਰ ਸੀਗੀ ਜਿਸ ਤੋਂ ਬਾਅਦ ਜਿਹੜਾ ਹਰਸ਼ ਸੀਗਾ ਇਸਨੂੰ ਬੋਲਿਆ ਜਾਂਦਾ ਸੀ ਇਸ ਦੀ ਫਰਸਟ ਤੇ ਲਾਸਟ ਹਾਰ ਸੀ, ਬਿਕੋਜ਼ ਇਸ ਤੋਂ ਬਾਅਦ ਉਹ ਕੋਈ ਚੀਜ਼ ਹਾਰਿਆ ਨਹੀਂ ਸੀ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਹੈਗਾ ਕਨਕੁਇਸਟ ਆਫ ਦਾ ਕਾਮਰੂਪ। ਕਨਕੁਇਸਟ ਆਫ ਦਾ ਕਾਮਰੂਪ ਜਿਹੜਾ ਸੀਗਾ ਉਹ ਵੀ ਅਸਮ ਦੇ ਵਿੱਚ ਸੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਅਸਮ ਦਾ ਜਿਹੜਾ ਰਾਜਾ ਸੀਗਾ ਕੌਣ ਸੀਗਾ? ਭਾਸਕਰ ਸੀਗਾ। ਠੀਕ ਹੈ, ਭਾਸਕਰ ਨੂੰ ਉਸਨੇ ਹਰਾ ਦਿੱਤਾ ਸੀ। ਦੈਨ ਕਾਮਰੂਪ ਦੇ ਵਿੱਚ ਉਹ ਵਿਨਰ ਬਣ ਗਿਆ ਸੀ। ਨੈਕਸਟ ਹੈ ਕਨਕੁਇਸਟ ਆਫ ਦਾ ਸਿੰਧ। ਯਾਦ ਰੱਖਣਾ ਕਿ ਸਿੰਧ ਦਾ ਜਿਹੜਾ ਇਲਾਕਾ ਵਾ, ਬਹੁਤ ਸਾਰੇ ਰਾਈਟਰ ਏਦਾਂ ਕਹਿੰਦੇ ਹੈਗੇ ਆ ਕਿ ਸਿੰਧ ਦੇ ਇਲਾਕੇ ਨੂੰ, ਮਤਲਬ ਸਿੰਧ ਦਾ ਜੋ ਏਰੀਆ ਹੈਗਾ ਵਾ ਉਸਨੂੰ ਜਿੱਤ ਲਿਆ ਸੀ, ਯਾਨੀ ਕਿ ਉਸ ਤੇ ਕੰਟਰੋਲ ਕਰ ਲਿਆ ਸੀ ਹਰਸ਼ ਨੇ। ਨਾਲ ਦੇ ਨਾਲ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਸਿੰਧ ਦਾ ਇਲਾਕਾ ਆਲਰੇਡੀ ਫ੍ਰੀडम ਦੇ ਵਿੱਚ ਸੀ, ਤੇ ਜਿਹੜਾ ਇਲਾਕਾ ਫ੍ਰੀडम ਦੇ ਵਿੱਚ ਹੁੰਦਾ ਵਾ ਉਸ ਤੇ ਕੋਈ ਕੰਟਰੋਲ ਨਹੀਂ ਕਰ ਸਕਦਾ। ਸੋ ਜਿੱਦਾਂ ਮੈਂ ਬੋਲਿਆ ਉਦਾਂ ਹੀ ਲਿਖਣਾ ਹੈਗਾ ਵਾ। ਉਸ ਤੋਂ ਬਾਅਦ ਕਨਕੁਇਸਟ ਆਫ ਦਾ ਗੰਜਮ। ਕਹਿੰਦੇ ਜਦੋਂ ਬੰਗਾਲ ਦੇ ਉੱਤੇ ਵਿਨਰ ਰਹਿ ਚੁੱਕਿਆ ਸੀ ਉਹ ਪਰਸਨ, ਕਿਉਂਕਿ ਜਦੋਂ ਤੱਕ ਤਾਂ ਜਿਹੜਾ ਬੰਗਾਲ ਸੀਗਾ, ਬੰਗਾਲ ਦੇ ਉੱਤੇ ਭਾਸਕਰ ਦਾ ਜਿਹੜਾ ਸੀਗਾ ਅਧਿਕਾਰ ਸੀਗਾ, ਉਦੋਂ ਤੱਕ ਤਾਂ ਉਹ ਨਹੀਂ ਜਿੱਤ ਸਕਿਆ ਸੀ। ਹੁਣ ਮੈਂ ਬੋਲਿਆ ਸੀ ਨਾ ਕਾਮਰੂਪ ਦੇ ਵਿੱਚ ਵਿਨਰ ਰਿਹਾ ਸੀ, ਕਾਮਰੂਪ ਦੇ ਵਿੱਚ ਨਾ ਭਾਸਕਰ ਮਰ ਗਿਆ ਸੀਗਾ। ਠੀਕ ਹੈ, ਭਾਸਕਰ ਦੀ ਡੈਥ ਹੋ ਗਈ ਸੀਗੀ। ਸੋ ਭਾਸਕਰ ਨੂੰ ਜਦੋਂ ਮਾਰ ਦਿੱਤਾ ਗਿਆ ਸੀਗਾ ਨਾ, ਤੇ ਇਸ ਤੋਂ ਬਾਅਦ ਬੰਗਾਲ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ। ਕਿੰਨੇ ਜਿੱਤ ਪ੍ਰਾਪਤ ਕਰ ਲਈ ਸੀ? ਹਰਸ਼ ਨੇ, ਕਿਉਂਕਿ ਜਦੋਂ ਤੱਕ ਤਾਂ ਭਾਸਕਰ ਸੀਗਾ ਉਦੋਂ ਤੱਕ ਤਾਂ ਉਹ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਜਦੋਂ ਭਾਸਕਰ ਦੀ ਡੈਥ ਹੋ ਗਈ, ਜਦੋਂ ਭਾਸਕਰ ਮਰ ਗਿਆ, ਦੈਨ ਨੈਕਸਟ ਪਰਸਨ ਜਿਹੜਾ ਹੈਗਾ ਵਾ ਵਿਨਰ ਰਿਹਾ ਸੀ। ਨੈਕਸਟ ਮੈਂ ਤੁਹਾਨੂੰ ਬੋਲ ਰਹੀ ਹੈਗੀ ਆ ਕਿ ਗੰਜਮ, ਕਿ ਕਨਕੁਇਸਟ ਆਫ ਦਾ ਗੰਜਮ, ਗੰਜਮ ਦੀ ਜਿੱਤ। ਕਹਿੰਦੇ ਬੰਗਾਲ ਦੇ ਵਿੱਚ ਵਿਨਰ ਰਹਿਣ ਤੋਂ ਬਾਅਦ ਉਸਨੇ ਗੰਜਮ ਦੇ ਉੱਤੇ ਆਪਣਾ ਕੰਟਰੋਲ ਕੀਤਾ, ਦੈਨ ਉੱਥੇ ਉਹ ਪਰਸਨ ਵਿਨਰ ਰਿਹਾ। ਦੈਨ ਨੇਪਾਲ ਐਂਡ ਕਸ਼ਮੀਰ, ਕਨਕੁਇਸਟ ਆਫ ਦਾ ਬੰਗਾਲ ਐਂਡ ਕਸ਼ਮੀਰ, ਸੌਰੀ ਨੇਪਾਲ ਐਂਡ ਕਸ਼ਮੀਰ। ਕਹਿੰਦੇ ਬਹੁਤ ਸਾਰੇ ਪਰਸਨ ਇਸ ਤਰ੍ਹਾਂ ਦੇ ਇਹ ਵੀ ਕਹਿੰਦੇ ਹੈਗੇ ਆ ਕਿ ਨੇਪਾਲ ਤੇ ਕਸ਼ਮੀਰ ਦੇ ਉੱਤੇ ਵਿਨਰ ਰਿਹਾ ਸੀ, ਲੇਕਿਨ ਅਸੀਂ ਕਹਿਣਾ ਹੈਗਾ ਕਿ ਲੇਕਿਨ ਬਹੁਤ ਸਾਰੇ ਰਾਈਟਰ ਏਦਾਂ ਕਹਿੰਦੇ ਹੈਗੇ ਆ ਕਿ ਸਾਨੂੰ ਮਤਲਬ ਸ਼ੋਰਿਟੀ ਨਹੀਂ ਹੈਗੀ ਆ ਕਿ ਉਹ ਨੇਪਾਲ ਤੇ ਕਸ਼ਮੀਰ ਦੇ ਵਿੱਚ ਗਿਆ ਵੀ ਸੀ ਕਿ ਨਹੀਂ ਗਿਆ ਸੀ। ਠੀਕ ਹੈ, ਸੋ ਵਿਨਰ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ, ਰਾਈਟਰਸ ਨੂੰ ਇੰਨਾ ਵੀ ਨਹੀਂ ਪਤਾ ਕਿ ਉੱਥੇ ਗਿਆ ਸੀ ਕਿ ਨਹੀਂ ਗਿਆ ਸੀ। ਨੈਕਸਟ ਹੈ ਐਕਸਟੈਂਡ ਆਫ ਦਾ ਐਮਪਾਇਰ।
ਕਹਿੰਦੇ ਰਾਜ ਵਿਸਥਾਰ। ਵੈਸੇ ਨਾ ਤੁਹਾਡੇ ਇੱਥੇ ਬੁੱਕ 'ਚ ਦਿੱਤਾ ਹੁੰਦਾ ਵਾ ਕਿ ਨਾਰਥ ਦੇ ਵਿੱਚ ਇਸ ਤੋਂ ਲੈ ਕੇ ਸਾਊਥ ਦੇ ਵਿੱਚ ਇਸ ਤੱਕ ਉਸ ਦਾ ਕੰਟਰੋਲ ਰਿਹਾ ਸੀਗਾ। ਤੁਸੀਂ ਲਿਖ ਲੈਣਾ ਹੈ ਨਾਰਥ ਸਾਊਥ ਈਸਟ ਵੈਸਟ ਓਵਰਆਲ ਕੰਟਰੋਲ ਜਿਹੜਾ ਸੀਗਾ ਉਹ ਜਿਹੜਾ ਸੀਗਾ ਹਰਸ਼ ਦਾ ਹੋ ਗਿਆ ਸੀ, ਬਿਕੋਜ਼ ਉਹਨੇ ਹਿਮਾਲਿਆ ਜਿਹੜਾ ਸੀ, ਨਰਮਦਾ ਨਦੀ ਜਿਹੜੀ ਸੀਗੀ, ਕਾਮਰੂਪ ਜਿਹੜਾ ਸੀਗਾ, ਜਿਹੜੇ ਇਲਾਕੇ ਤੁਸੀਂ ਹੁਣ ਪੜ੍ਹੇ ਹੈਗੇ ਨਾ ਸਾਰੇ ਇਲਾਕੇ ਲਿਖ ਦੇਣਾ ਕਿ ਇਹਨਾਂ ਦੇ ਉੱਤੇ ਉਸਨੇ ਆਪਣਾ ਜਿਹੜਾ ਹੈਗਾ ਵਾ ਕੰਟਰੋਲ ਕੀਤਾ ਸੀ। ਦੈਨ ਉਹਦੇ ਐਮਪਾਇਰ ਜਿਹੜਾ ਸੀ ਐਕਸਟੈਂਡ ਹੋ ਗਿਆ ਸੀ, ਮਤਲਬ ਉਹਦਾ ਰਾਜ ਵਿਸਥਾਰ ਜਿਹੜਾ ਸੀ ਬਹੁਤ ਜ਼ਿਆਦਾ ਵੱਧ ਗਿਆ ਸੀ। ਇਸ ਨੂੰ ਤੁਸੀਂ ਲਿਖ ਲੈਣਾ ਹੈ, ਠੀਕ ਹੈ। ਚਲੋ ਇੱਕ ਹਲਕਾ ਫੁਲਕਾ ਜਿਹਾ ਕੁਐਸਚਨ ਹੈਗਾ ਜੋ ਆਪਾਂ 1 by 1 ਤੁਹਾਡੇ ਸਭ ਦੇ ਕੋਲ ਕਰਾਂਗੇ। ਉਮੀਦ ਹੈਗੀ ਹੈ ਕਿ ਤੁਸੀਂ ਆਨਸਰ ਜ਼ਰੂਰ ਦੇ ਦੋਗੇ, ਠੀਕ ਹੈ। ਨੈਕਸਟ ਜਿਹੜਾ ਹੈਗਾ ਨੈਕਸਟ ਹੈ ਐਡਮਿਨਿਸਟ੍ਰੇਸ਼ਨ ਆਫ ਦਾ ਹਰਸ਼। ਕਹਿੰਦੇ ਐਡਮਿਨਿਸਟ੍ਰੇਸ਼ਨ ਆਫ ਦਾ ਹਰਸ਼ ਦਾ ਮਤਲਬ ਹੈਗਾ ਕਹਿੰਦੇ ਹਰਸ਼ ਦਾ ਜਿਹੜਾ ਪ੍ਰਸ਼ਾਸਨ ਸੀ, ਹਰਸ਼ ਨੇ ਜਿੱਥੇ ਸ਼ਾਸਨ ਕੀਤਾ ਸੀਗਾ ਉਸ ਦੇ ਬਾਰੇ ਵਿੱਚ ਅਸੀਂ ਕਰਨਾ ਹੈਗਾ ਵਾ। ਫਰਸਟ ਹੈਗਾ ਕਹਿੰਦੇ ਹਰਸ਼ ਦਾ ਸੈਂਟਰਲ ਐਡਮਿਨਿਸਟ੍ਰੇਸ਼ਨ ਕਿਦਾਂ ਦਾ ਸੀ। ਜਿਵੇਂ ਸੈਂਟਰਲ ਐਡਮਿਨਿਸਟ੍ਰੇਸ਼ਨ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਹਰਸ਼ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਪਾਵਰਫੁਲ ਪਰਸਨ ਸੀ। ਤੁਸੀਂ ਲਿਖਣਾ ਹੈ ਇਸ ਚੀਜ਼ ਨੂੰ, ਹਰਸ਼ ਬਹੁਤ ਜ਼ਿਆਦਾ ਪਾਵਰਫੁਲ ਪਰਸਨ ਸੀ, ਉਸਦੇ ਕੋਲ ਬਹੁਤ ਸਾਰੀਆਂ ਪਾਵਰ ਸੀ। ਦੈਨ ਉਹ ਫਿਰ ਵੀ ਪਰਸਨ ਕਾਫੀ ਕਾਈਂਡਨੈਸ ਸੀਗਾ। ਉਹ ਅਕਸਰ ਹੀ ਆਪਣੀ ਜਿਹੜੀ ਪ੍ਰਜਾ ਹੈਗੀ ਉਸ ਨੂੰ ਫੈਸਿਲਿਟੀ ਦੇਣ ਦਾ ਕੰਮ ਕਰਦਾ ਸੀ। ਅਕਸਰ ਹੀ ਆਪਣੀ ਪ੍ਰਜਾ ਨੂੰ ਜਿਹੜੀਆਂ ਵੀ ਉਸ ਨੂੰ ਪ੍ਰੋਬਲਮਸ ਹੁੰਦੀਆਂ ਸੀ ਉਸਦਾ ਸੋਲੂਸ਼ਨ ਨਿਕਾਲਣ ਦਾ ਕੰਮ ਕਰਦਾ ਸੀ। ਇਵਨ ਕਿ ਜਦੋਂ ਉਸਦੀ ਪ੍ਰਜਾ ਦੈਟ ਮੀਨਸ ਉਸਦੇ ਸਬਜੈਕਟ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਦੈਨ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣੀ ਡਾਈਟ ਵੀ ਛੋੜ ਦਿੰਦਾ ਹੁੰਦਾ ਸੀ, ਮਤਲਬ ਆਪਣਾ ਖਾਣਾ ਪੀਣਾ ਆਪਣਾ ਲਿਵਿੰਗ ਸਟਾਈਲ ਉਹ ਟੋਟਲੀ ਫੋਰਗੇਟ ਕਰ ਦਿੰਦਾ ਸੀ, ਮਤਲਬ ਭੁੱਲ ਜਾਂਦਾ ਸੀਗਾ, ਠੀਕ ਹੈ। ਆਪਾਂ ਬੋਲਦੇ ਨਾ ਦੁੱਖ ਤਕਲੀਫ ਦੇ ਵਿੱਚ ਖਾਣਾ ਪੀਣਾ ਸੋਣਾ ਉਹ ਭੁੱਲ ਜਾਂਦਾ ਸੀ ਪਰਸਨ। ਦੈਨ ਉਹ ਅਕਸਰ ਚਾਹੁੰਦਾ ਸੀ ਉਸਦੀ ਜਿਹੜੀ ਪ੍ਰਜਾ ਵਾ ਉਸਦੇ ਜਿਹੜੇ ਸਬਜੈਕਟ ਆ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ, ਠੀਕ ਹੈ। ਉਸ ਤੋਂ ਬਾਅਦ ਅਦਰ ਐਡਮਿਨਿਸਟ੍ਰੇਸ਼ਨ ਯੂਨਿਟ। ਕਹਿੰਦੇ ਹੋਰ ਕਿਹੜੇ ਉਹਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਪਾਰਟ ਨੇ, ਤੇ ਸਭ ਤੋਂ ਪਹਿਲਾਂ ਅਸੀਂ ਕਹਿਣਾ ਵਾ ਤੁਸੀਂ ਰਾਈਟ ਡਾਊਨ ਕਰ ਲਓ ਨਾਲ ਐਡਮਿਨਿਸਟ੍ਰੇਸ਼ਨ ਦੇ ਹੋਰ ਯੂਨਿਟਸ ਕਿਹੜੇ ਨੇ। ਫਰਸਟ ਹੈ ਭੁਗਤੀ। ਪੰਜਾਬੀ ਇੰਗਲਿਸ਼ ਸੇਮ ਹੈ, ਜਿਹੜਾ ਇੰਗਲਿਸ਼ ਵਰਡ ਹੋਏਗਾ ਉਹ ਮੈਂ ਬੋਲ ਦੂੰਗੀ ਨਾਲੋਂ ਨਾਲ ਹੀ। ਭੁਗਤੀ, ਠੀਕ ਹੈ, ਭੁਗਤੀ। ਉਸ ਤੋਂ ਬਾਅਦ ਬ੍ਰੈਕਟ ਵਿੱਚ ਲਿਖ ਲਓ ਏਰੀਆ, ਠੀਕ ਹੈ। ਅਸੀਂ ਕਹਿਣਾ ਕਿ ਉਹਦਾ ਜਿਹੜਾ ਕੰਟਰੋਲ ਸੀਗਾ ਭੁਗਤੀ ਦੇ ਉੱਤੇ ਸੀ, ਮਤਲਬ ਕਿ ਆਪਣੇ ਏਰੀਆ ਦੇ ਵਿੱਚ ਸੀ, ਜਿਹੜੇ ਏਰੀਆ ਨੂੰ ਉਹ ਪੀਸਫੁਲ ਕੋਆਰਡੀਨੇਸ਼ਨਸ ਦੇ ਨਾਲ ਮੇਨਟੇਨ ਕਰਕੇ ਰੱਖਦਾ ਸੀ, ਮਤਲਬ ਆਪਣੇ ਏਰੀਆ ਨੂੰ ਉਹ ਸ਼ਾਂਤਮਈ ਢੰਗ ਦੇ ਨਾਲ ਰੱਖਦਾ ਸੀ। ਪੀਸਫੁਲ ਕੋਆਰਡੀਨੇਸ਼ਨਸ ਨੂੰ ਮੇਨਟੇਨ ਕਰਨ ਦਾ ਮਤਲਬ ਹੁੰਦਾ ਹੈ ਮਤਲਬ ਆਪਣੇ ਇਲਾਕੇ ਨੂੰ ਉਹ ਸ਼ਾਂਤਮਈ ਢੰਗ ਦੇ ਨਾਲ ਰੱਖਦਾ ਸੀ। ਨੈਕਸਟ ਹੈਗਾ ਕਹਿੰਦੇ ਏਰੀਆ ਤੋਂ ਬਾਅਦ ਉਸਨੇ ਆਪਣੇ ਏਰੀਆ ਨੂੰ ਡਿਵਾਈਡ ਕੀਤਾ ਹੋਇਆ ਸੀਗਾ ਡਿਫਰੈਂਟ ਡਿਸਟ੍ਰਿਕਟ ਲੈਵਲ ਦੇ ਵਿੱਚ, ਠੀਕ ਹੈ। ਕੀ ਨੈਕਸਟ ਹੈਗਾ ਡਿਸਟ੍ਰਿਕਟ ਲੈਵਲ। ਕਹਿੰਦੇ ਡਿਸਟ੍ਰਿਕਟ ਲੈਵਲ ਦਾ ਜਿਹੜਾ ਕੰਟਰੋਲ ਸੀਗਾ ਡਿਸਟ੍ਰਿਕਟ ਮਿਨਿਸਟਰ ਦੇ ਕੋਲ ਹੁੰਦਾ ਸੀ, ਠੀਕ ਹੈ। ਹੁਣ ਡਿਸਟ੍ਰਿਕਟ ਮਿਨਿਸਟਰ ਵੀ ਕੀ ਕਰੇਗਾ, ਸੇਮ ਪੀਸਫੁਲ ਕੋਆਰਡੀਨੇਸ਼ਨਸ ਨੂੰ ਮੇਨਟੇਨ ਕਰੇਗਾ, ਦੈਨ ਆਪਣੇ ਸਬਜੈਕਟ ਦੀ ਫੈਸਿਲਿਟੀ ਦੇ ਲਈ ਕੰਮ ਕਰੇਗਾ। ਨੈਕਸਟ ਹੈਗਾ ਵਾ ਕਹਿੰਦੇ ਨੈਕਸਟ ਉਹਦਾ ਜਿਹੜਾ ਐਡਮਿਨਿਸਟ੍ਰੇਸ਼ਨ ਸੀਗਾ ਸਭ ਤੋਂ ਛੋਟਾ ਐਡਮਿਨਿਸਟ੍ਰੇਸ਼ਨ ਸੀ ਉਹ ਸੀ ਗ੍ਰਾਮ। ਆਪਾਂ ਬੋਲਦੇ ਆ ਨਾ ਪਿੰਡਾਂ ਦੇ ਵਿੱਚ ਗ੍ਰਾਮੀਣ ਲੋਕ ਹੈਗੇ ਨੇ, ਹੈਨਾ, ਗ੍ਰਾਮਿਕ ਲੋਕ ਹੈਗੇ ਨੇ। तो कहते कि नैक्सट ओदी जिहड़ी पोजीशन सीगी मतलब सब तो छोटी पोजीशन दे लोग सी ग्रामिक यानी कि पिंडां दे जिहड़े लोग सी उन्हां दे विच पिंडां दे लोकां दी जिहड़ी थोड़ी बहुती पिंडां दे लोग अपनी पावर पंच सरपंच नूं दिंदे हुंदे आ ना पुराने टाइम पीरियड विच की सीगा ग्रामिक यानी कि ओने पिंडां दा जिहड़ा कंट्रोल हैगा किन्नू दित्ता होया सी ग्रामिक नूं। पहला तुसी लिखना एरिया जिहदा कंट्रोल ओ खुद करदा सीगा उत्थे पीसफुल कोऑर्डिनेशन ਨੂੰ ਮੇਨਟੇਨ ਰੱਖਣ ਦਾ। दूसरा तुसी लिखना डिस्ट्रिक्ट लेवल जेड़ा कि उन्हें डिस्ट्रिक्ट मिनिस्टर ਨੂੰ ਦਿੱਤਾ ਹੁੰਦਾ ਸੀ। तीसरा तुसी लिखना ग्राम सब तो छोटी यूनिट जेदा कंट्रोल उसने ग्रामिक ਨੂੰ ਦਿੱਤਾ ਹੁੰਦਾ ਸੀ। ठीक है। नेक्स्ट है सोर्स ऑफ इनकम एंड एक्सपेंडिचर ऑफ द गवर्नमेंट। कहते सोर्स ऑफ इनकम की सी ਅਸੀਂ कहना है कि सोर्स ऑफ इनकम किंग ਦੀ ਸੀਗੀ कि ਉਹ 1/6 ਪਾਰਟ ਜਿਹੜਾ ਹੈਗਾ ਵਾ ਜਿਹੜਾ ਕ੍ਰੋਪ ਦਾ ਯਾਨੀ ਕਿ ਫਸਲ ਦਾ 1/6 ਪਾਰਟ ਜਿਹੜਾ ਹੈਗਾ ਵਾ ਕਿੰਗ ਨੂੰ ਦੇ ਦਿੱਤਾ ਜਾਂਦਾ ਸੀ ਫਾਰਮਰ ਦੇ ਦੁਆਰਾ। ਅੱਜ ਵੀ ਅਸੀਂ ਟੈਕਸ ਦਿੰਨੇ ਆ ਨਾ ਪਰ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਜਿਹੜੇ ਟੈਕਸ ਦਿੰਨੇ ਆ ਵਿੱਚੋਂ ਆਪਣੇ ਆਪ ਹੀ ਕੱਟ ਹੁੰਦੇ ਰਹਿੰਦੇ ਆ। ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਤਾਂ ਲੋਕ ਆਪਣੀ ਕ੍ਰੋਪ ਖੁਦ ਆਪਣੇ ਹੱਥਾਂ ਨਾਲ ਉਗਾਉਂਦੇ ਸੀਗੇ। ਠੀਕ ਹੈ, ਹੁਣ ਵੀ ਹੱਥਾਂ ਨਹੀਂ ਉਗਾਉਂਦੇ ਵੈਸੇ
ਤੇ ਮਤਲਬ ਕਹਿੰਦਾ ਹੈਗਾ ਵਾ ਕਿ ਹੁਣ ਉਹ ਪਹਿਲਾਂ ਹੀ ਡਿਵਾਈਡ ਕਰ ਦਿੰਦੇ ਸੀ ਪੁਰਾਣੇ ਟਾਈਮ ਪੀਰੀਅਡ ਦੇ ਵਿੱਚ ਕਿ ਇੰਨੀ ਫਸਲ ਮੇਰੀ ਹੈ, ਇੰਨੀ ਕਰੋਪ ਜਿਹੜੀ ਹੈਗੀ ਉਹ ਮੇਰੇ ਹਿੱਸੇ ਆ ਰਹੀ ਹੈ, ਤੇ 1/6 ਹਿੱਸਾ ਜਿਹੜਾ ਹੈਗਾ ਵਾ ਕਿਸ ਨੂੰ ਦੇ ਦਿੱਤਾ ਜਾਂਦਾ ਸੀ, ਕਿੰਗ ਨੂੰ ਦੇ ਦਿੱਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਅਗਰ ਕੋਈ ਪਰਸਨ ਨੇ ਕ੍ਰਾਈਮ ਕੀਤਾ ਹੈ ਤਾਂ ਉਸ ਤੇ ਫਾਈਨ ਲਗਾਇਆ ਜਾਂਦਾ ਸੀ, ਉਹ ਵੀ ਉਹਨਾਂ ਦੀ ਸੋਰਸ ਆਫ ਇਨਕਮ ਸੀ ਕਿੰਗ ਦੀ। ਅਗਰ ਮੰਨ ਲਓ ਕਿ ਕੋਈ ਰਾਜਾ ਬਾਹਰੋਂ ਤੋਂ ਆਇਆ ਹੈਗਾ ਵਾ, ਠੀਕ ਹੈ, ਉਸਦੇ ਲਈ ਕੋਈ ਗਿਫਟ ਲੈ ਕੇ ਆਇਆ ਹੈਗਾ, ਜਾਂ ਕੋਈ ਵਪਾਰੀ, ਕੋਈ ਮਰਚੈਂਟ ਪਰਸਨ ਹੈਗਾ ਜਿਹੜਾ ਕਿੰਗ ਦੇ ਲਈ ਗਿਫਟ ਲੈ ਕੇ ਆਇਆ ਵਾ, ਦੈਨ ਉਹ ਵੀ ਉਹਦੀ ਇਨਕਮ ਦਾ ਇੱਕ ਸੋਰਸ ਹੁੰਦਾ ਸੀਗਾ। ਇਸ ਤੋਂ ਇਲਾਵਾ ਹੈਗਾ ਵਾ ਕਹਿੰਦੇ ਕਿ ਉਹ ਮਤਲਬ ਡਿਫਰੈਂਟ ਤਰੀਕੇ ਦੇ ਨਾਲ ਆਪਣੇ ਜਿਹੜਾ ਪੈਸਾ ਹੈਗਾ ਵਾ ਐਕਸਪੈਂਡੀਚਰ ਮਤਲਬ ਕਿ ਖਰਚ ਕਰਨਾ, ਠੀਕ ਹੈ। ਐਕਸਪੈਂਡੀਚਰ ਸਮਝਦੇ ਹੋ ਨਾ, ਵੀ ਖਰਚਾ ਮੇਰਾ ਆਪਾਂ ਬੋਲਦੇ ਨਾ, ਐਕਸਪੈਂਡੀਚਰ ਲਗਾ ਲਓ ਆਪਣੇ ਘਰ ਦਾ, ਖਰਚਾ ਵਗੈਰਾ ਲਗਾ ਲਓ ਆਪਣੇ ਘਰ ਦਾ, ਠੀਕ ਹੈ। ਸੋ ਕਹਿੰਦਾ ਕਿ ਫਸਟ ਪਾਰਟ ਜਿਹੜਾ ਸੀਗਾ ਉਹ ਆਪਣੀ ਇਨਕਮ ਦਾ ਕਿੱਥੇ ਖਰਚ ਕਰਦਾ ਸੀਗਾ, ਆਪਣੇ ਰਾਜ ਮਹਿਲ ਦੇ ਉੱਤੇ, ਠੀਕ ਹੈ, ਆਪਣੇ ਕਿੰਗਡਮ ਦੇ ਉੱਤੇ ਖਰਚ ਕਰਦਾ ਸੀ। ਸੈਕੰਡ ਜਿਹੜਾ ਆਮਦਨ ਦਾ ਪਾਰਟ ਸੀਗਾ, ਮਤਲਬ ਸੈਕੰਡ ਜਿਹੜਾ ਉਹਦਾ ਐਕਸਪੈਂਡੀਚਰ ਸੀਗਾ ਉਹ ਲੀਡਰ ਦੇ ਉੱਤੇ, ਕਿਉਂਕਿ ਹੁਣ ਲੀਡਰ ਇੰਨੇ ਰੱਖਿਆ ਤਾਂ ਪੇਮੈਂਟ ਵੀ ਤਾਂ ਦੇਣੀ ਪੈਣੀ ਹੈ ਨਾ ਉਹਨਾਂ ਨੂੰ, ਤਾਂ ਕਿਦਾਂ ਦੇ ਉੱਤੇ ਉਹ ਖਰਚ ਕਰਦਾ ਸੀਗਾ, ਆਪਣੇ ਲੀਡਰਸ ਦੇ ਉੱਤੇ ਖਰਚ ਕਰ ਦਿੰਦਾ ਸੀਗਾ। ਥਰਡ ਜਿਹੜਾ ਪਾਰਟ ਸੀਗਾ ਉਹਦੀ ਆਮਦਨ ਦਾ, ਤੇ ਉਹ ਕੀ ਕਰਦਾ ਸੀ, ਬ੍ਰਾਹਮਣ ਹੋ ਗਏ, ਭਿਕਸ਼ੂ ਹੋ ਗਏ। ਹੁਣ ਬ੍ਰਾਹਮਣ ਤੇ ਭਿਕਸ਼ੂ, ਇੰਗਲਿਸ਼ ਵੀ ਬ੍ਰਾਹਮਣ ਤੇ ਭਿਕਸ਼ੂ ਹੁੰਦਾ ਹੈ, ਪੰਜਾਬੀ ਚ ਵੀ ਬ੍ਰਾਹਮਣ ਤੇ ਭਿਕਸ਼ੂ ਹੁੰਦਾ ਹੈ, ਤਾਂ ਉਹਨਾਂ ਨੂੰ ਕੀ ਕਰ ਦਿੰਦਾ ਸੀ, ਗਿਫਟ ਕਰ ਦਿੰਦਾ ਸੀ। ਦਾਨ ਕਰਨਾ ਮਤਲਬ ਗਿਫਟ ਕਰ ਦਿੰਦਾ ਸੀਗਾ, ਠੀਕ ਹੈ। ਤਾਂ ਚੌਥਾ ਜਿਹੜਾ ਪਾਰਟ ਸੀਗਾ ਉਹ ਮੋਸਟਲੀ ਕਹਿੰਦਾ ਇੱਕ ਕਿਸਮ ਦਾ ਕਹਿ ਲੋ ਕਿ ਪ੍ਰਾਈਜ਼ ਦੇ ਤੌਰ ਤੇ ਦਿੰਦਾ ਸੀਗਾ। ਮੰਨ ਲਓ ਉਹਦੇ ਰਾਜ ਮਹਿਲ ਦੇ ਵਿੱਚੋਂ ਕਿਸੇ ਨੂੰ ਉਹਨੇ ਪ੍ਰਾਈਜ਼ ਦੇਣਾ ਹੈਗਾ ਕਿ ਹਾਂ ਤੂੰ ਬਹੁਤ ਅੱਛੀ ਆਰਟ ਕੀਤੀ ਹੈ, ਤੂੰ ਬਹੁਤ ਅੱਛਾ ਡਾਂਸ ਕੀਤਾ ਹੈ, ਤਾਂ ਉਹ ਆਪਣੇ ਜਿਹੜਾ ਐਕਸਪੈਂਡੀਚਰ ਹੈਗਾ, ਖਰਚਾ ਜਿਹੜਾ ਹੈਗਾ ਉੱਤੇ ਕਰ ਦਿੰਦਾ ਸੀਗਾ। ਉਸ ਤੋਂ ਬਾਅਦ ਪੈਨਲ ਕੋਡ, ਪੈਨਲ ਦਾ ਮਤਲਬ ਹੁੰਦਾ ਦੰਡ, ਮਤਲਬ ਪਨਿਸ਼ਮੈਂਟ। ਪੈਨਲ ਦੀ ਜਗ੍ਹਾ ਪਨਿਸ਼ਮੈਂਟ ਵੀ ਲਿਖ ਲਓ ਤਾਂ ਕੋਈ ਇਸ਼ੂ ਨਹੀਂ ਹੈ। ਪੈਨਲ ਕੋਡ ਕਹਿੰਦੇ ਉਹ ਦੰਡ ਕਿਹੜਾ ਦਿੰਦਾ ਸੀ, ਪਨਿਸ਼ਮੈਂਟ ਕਿਹੜੀ ਦਿੰਦਾ ਸੀ। ਅਸੀਂ ਕਹਿਣਾ ਹੈਗਾ ਕੋਈ ਵੀ ਬੋਡੀ ਪਾਰਟ ਕੱਟ ਦੇਣਾ, ਜਾਂ ਡੈਥ ਨਹੀਂ ਕਹਿ ਸਕਦੇ, ਹੈਂਗ, ਠੀਕ ਹੈ, ਫਾਂਸੀ ਦੀ ਜਿਹੜੀ ਸਜ਼ਾ ਹੈਗੀ ਉਹ ਦੇ ਦੇਣੀ, ਇਹ ਕੰਮ ਉਹ ਕਰਦਾ ਸੀਗਾ। ਉਸ ਤੋਂ ਹੈਗਾ ਰਿਕਾਰਡ ਡਿਪਾਰਟਮੈਂਟ, ਕਹਿੰਦੇ ਉਹਦਾ ਆਪਣਾ ਇੱਕ ਰਿਕਾਰਡ ਡਿਪਾਰਟਮੈਂਟ ਵੀ ਸੀਗਾ, ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਵੀ ਮਤਲਬ ਕੋਈ ਘਟਨਾ ਵਗੈਰਾ ਹੋਈ ਹੈਗੀ ਆ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਆ, ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਹੋਇਆ ਜਾਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਵਗੈਰਾ ਉਸਨੇ ਕਿਸੇ ਤੇ ਕੀਤਾ ਸੀ, ਦੈਨ ਉਹ ਸਾਰਾ ਦਾ ਸਾਰਾ ਰਿਕਾਰਡ ਹੈਗਾ ਰਿਕਾਰਡ ਡਿਪਾਰਟਮੈਂਟ ਦੇ ਵਿੱਚ ਹੁੰਦਾ ਸੀਗਾ। ਨੈਕਸਟ ਹੈਗਾ ਮਿਲਟਰੀ ਐਡਮਿਨਿਸਟ੍ਰੇਸ਼ਨ, ਕਹਿੰਦਾ ਔਰ ਕੋਲ ਮਿਲਟਰੀ ਕਿਹੜੀ ਸੀ, ਅਸੀਂ ਕਹਿੰਦਾ 1 ਲੱਖ ਜਿਹੜੇ ਹਾਰਸਿਸ ਸੀਗੇ, ਠੀਕ ਹੈ, 1 ਲੱਖ ਜਿਹੜੇ ਸੀ ਉਹ ਘੋੜੇ ਸੀਗੇ, ਠੀਕ ਹੈ। ਨੈਕਸਟ ਅਸੀਂ ਕਰਨਾ ਹੈ ਕਿ 6000 ਜਿਹੜੇ ਸੀਗੇ, 60,000 ਜਿਹੜੇ ਸੀਗੇ ਉਹਦੇ ਕੋਲ ਕੀ ਸੀਗੇ, ਇੱਕ ਕਿਸਮ ਦੇ ਐਲੀਫੈਂਟ ਸੀਗੇ। ਦੈਨ ਉਹਦੇ ਕੋਲ 5000 ਜਿਹੜੇ ਸੀਗੇ ਫੁੱਟ ਸ਼ੋਲਡਰਸ, ਮਤਲਬ ਕਿ ਪੈਦਲ ਸੈਨਾ ਸੀਗੀ ਉਹਦੇ ਕੋਲ, ਠੀਕ ਹੈ। ਸੋ ਇਸ ਤਰ੍ਹਾਂ ਅਸੀਂ ਦੇਖਣਾ ਹੈਗਾ ਵਾ 50,000 ਉਹਦੇ ਕੋਲ ਫੁੱਟ ਸ਼ੋਲਡਰਸ ਸੀਗੇ, ਮਤਲਬ 50,000 ਦੇ ਕਰੀਬ ਉਸਦੇ ਕੋਲ ਕਿਹੜੀ ਸੈਨਾ ਸੀਗੀ, ਫੁੱਟ ਸ਼ੋਲਡਰ ਦਾ ਮਤਲਬ ਹੁੰਦਾ ਹੈ ਪੈਦਲ ਸੈਨਾ, ਜਿਸਨੂੰ ਅਸੀਂ ਬੋਲ ਦਿੰਦੇ ਹੈਗੇ ਆ, ਤਾਂ ਪੈਦਲ ਸੈਨਾ ਸੀ ਉਸਦੇ ਕੋਲ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਸਦੇ ਟਾਈਮ ਪੀਰੀਅਡ ਦੇ ਵਿੱਚ ਉਸਦੇ ਕੋਲ ਮਿਲਟਰੀ ਜਿਹੜੀ ਸੀਗੀ ਕਾਫੀ ਜ਼ਿਆਦਾ ਸੀ, ਠੀਕ ਹੈ। ਇਸ ਦੇ ਨਾਲ ਹੀ ਜਿਹੜੇ ਚੈਪਟਰ ਦਾ ਇਹ ਪੋਰਸ਼ਨ ਹੈਗਾ ਵਾ ਇਸਨੂੰ ਇੱਥੇ ਹੀ ਖਤਮ ਕਰਾਂਗੇ। ਤਾਂ ਜਿਹੜਾ ਨੈਕਸਟ ਹੈਗਾ ਵਾ, ਨੈਕਸਟ ਅਸੀਂ ਉਹਦਾ ਕਰਾਂਗੇ ਕਰੈਕਟਰ ਐਂਡ ਦਾ ਅਚੀਵਮੈਂਟ ਆਫ ਦਾ ਹਰਸ਼, ਆਪਣੇ ਨੈਕਸਟ ਟੌਪਿਕ ਦੇ ਵਿੱਚ ਇਸਨੂੰ ਕਰਾਂਗੇ। ਸੋ ਅੱਜ ਦੇ ਲਈ ਜਿਹੜਾ ਚੈਪਟਰ ਹੈਗਾ ਉਹ ਇੰਨਾ ਹੀ ਕਾਫੀ ਆ। ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਜਿਹੜਾ ਚੈਪਟਰ ਹੋਏਗਾ, ਇੰਨਾ ਕੁ ਜਿਹੜਾ ਪੋਰਸ਼ਨ ਹੈਗਾ